You are listening to the online streaming service from Emmanuel Church, Handsworth, Birmingham, UK. Good morning ਸਾਰਿਆਂ ਨੂੰ। ਆਓ ਰਲ ਕੇ ਅਸੀਂ ਜਿਉਂਦੇ ਪਰਮੇਸ਼ਵਰ ਦੀ ਅਸੀਂ ਮਹਿਮਾ ਤਾਰੀਫ ਵਡਾਈ ਵਿੱਚ ਇਕੱਠੇ ਹੋਈਏ। ਜਿਸ ਤਰ੍ਹਾਂ ਹਰ ਹਫ਼ਤੇ ਅਸੀਂ ਇਸ ਆਨਲਾਈਨ ਮੀਟਿੰਗ ਵਿੱਚ ਇਕੱਠੇ ਹੁੰਦੇ ਹਾਂ। ਅਸੀਂ ਜੋ ਵੀ ਇਸ ਸਮੇਂ ਸਾਡੇ ਨਾਲ ਜੁੜੇ ਹੋਏ ਆ, ਤੁਹਾਡਾ ਅਸੀਂ ਸਾਰਿਆਂ ਦਾ ਇਮੈਨੂਅਲ ਚਰਚ ਹੈਂਡਸ ਵੱਲੋਂ ਅਸੀਂ ਵੈਲਕਮ ਕਰਦੇ ਹਾਂ। ਅਤੇ ਖਾਸ ਕਰਕੇ ਜੋ ਸਾਡੇ ਨਾਲ ਪਹਿਲੀ ਵਾਰੀ ਜੁੜ ਰਹੇ ਆ, ਚਾਹੇ ਇਸ ਮੁਲਕ ਵਿੱਚੋਂ, ਚਾਹੇ ਕਿਤੋਂ ਵੀ, ਚਾਹੇ ਬਾਹਰਲੇ ਮੁਲਕਾਂ ਵਿੱਚੋਂ, ਤੁਹਾਡਾ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਅਸੀਂ ਨਿੱਘਾ ਸਵਾਗਤ ਕਰਦੇ ਹਾਂ। ਇਸ ਮੀਟਿੰਗ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਬਾਈਬਲ ਵਿੱਚੋਂ ਇੱਕ ਛੋਟੀ ਜਿਹੀ ਆਇਤ ਪੜ੍ਹਾਂਗਾ। ਯਹੋਨਾ ਦੀ ਅੰਜੀਲ, ਉਹਦਾ 5ਵਾਂ ਅਧਿਆਏ, ਉਹਦੀ 24ਵੀਂ ਆਇਤ। ਇਹ ਪ੍ਰਭੂ ਯਿਸੂ ਮਸੀਹ ਦੇ ਕਹੇ ਹੋਏ ਆ ਵਚਨ ਆ। ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਜੋ ਮੇਰਾ ਬਚਨ ਸੁਣਦਾ ਹੈ ਅਤੇ ਉਹਦੀ ਪ੍ਰਤੀਤ ਕਰਦਾ ਹੈ, ਜਿਨ ਮੈਨੂੰ ਘੱਲਿਆ ਸਦੀਪਕ ਜਿਉਣ ਉਹਦਾ ਹੈ, ਔਰ ਉਸ ਉੱਤੇ ਸਜ਼ਾ ਦਾ ਹੁਕਮ ਨਹੀਂ ਹੁੰਦਾ, ਸਗੋਂ ਮੌਤ ਤੋਂ ਪਾਰ ਲੰਘ ਕੇ ਉਹ ਜਿਉਣ ਵਿੱਚ ਜਾ ਪਹੁੰਚਿਆ ਹੈ। ਅਸੀਂ ਧੰਨਵਾਦ ਕਰਦੇ ਹਾਂ ਪ੍ਰਭੂ ਦੇ ਇਸ ਜਿਉਂਦੇ ਵਚਨਾਂ ਦਾ ਜੋ ਸਾਨੂੰ ਉਹਨੇ ਦਿੱਤੇ। ਅਤੇ ਅਸੀਂ ਜਾਣਦੇ ਹਾਂ ਕਿ ਜੋ ਵੀ ਕੋਈ ਮਨੁੱਖ ਪ੍ਰਭੂ ਯਿਸੂ ਮਸੀਹ ਦੇ ਵਚਨਾਂ ਉੱਪਰ ਭਰੋਸਾ ਕਰਕੇ ਨਵਾਂ ਜੀਵਨ ਪਾਉਂਦਾ, ਅਤੇ ਪ੍ਰਭੂ ਉਹਨੂੰ ਇੱਥੇ ਵਾਅਦਾ ਕਰਦੇ ਆ ਸਦੀਪਕ ਜੀਵਨ ਜੀਵਨ ਦਾ, ਤਾਂ ਕਿ ਜੋ ਰਿਸ਼ਤਾ ਸਵਰਗੀ ਪਿਤਾ ਨਾਲ ਹਰ ਇੱਕ ਮਨੁੱਖ ਦਾ ਟੁੱਟਾ ਹੋਇਆ, ਜੇ ਅਸੀਂ ਪ੍ਰਭੂ ਯਿਸੂ ਮਸੀਹ 'ਤੇ ਵਿਸ਼ਵਾਸ ਲੈ ਕੇ ਆਉਂਦੇ ਹਾਂ ਤਾਂ ਸਾਡਾ ਉਹ ਰਿਸ਼ਤਾ ਦੁਬਾਰਾ ਜੁੜਦਾ ਅਤੇ ਅਸੀਂ ਸਦੀਪਕ ਜੀਵਨ ਦੇ ਅਸੀਂ ਹੱਕਦਾਰ ਹੁੰਦੇ ਹਾਂ। ਅਸੀਂ ਇਹ ਆਓ ਇਹਨਾਂ ਵਚਨਾਂ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਮੀਟਿੰਗ ਦੇ ਅੱਗੇ ਵੱਧਦੇ ਹਾਂ। ਅਸੀਂ ਪਹਿਲੇ ਗੀਤ ਵੱਲ ਚੱਲਦੇ ਹਾਂ ਜੋ ਕਿ ਇਸ ਸਕਰੀਨ 'ਤੇ ਆਵੇਗਾ। ਅਤੇ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਤੁਸੀਂ ਘਰਾਂ 'ਚ ਬੈਠੇ ਇਸ ਗੀਤ ਨੂੰ ਗਾਓ ਅਤੇ ਜੁੜੋ, ਤਾਂ ਕਿ ਅਸੀਂ ਇਕੱਠੇ ਇੱਕ ਮਨ ਹੋ ਕੇ ਪ੍ਰਭੂ ਯਿਸੂ ਮਸੀਹ ਆਪਣੇ ਸਵਰਗੀ ਪਿਤਾ ਦੀ ਅਸੀਂ ਮਹਿਮਾ ਤਾਰੀਫ ਵਡਾਈ ਕਰ ਸਕੀਏ। ਆਓ ਹੁਣ ਪ੍ਰਾਰਥਨਾ ਵਿੱਚ ਆਈਏ। ਸਵਰਗੀ ਪਿਤਾ ਜਿਉਂਦੇ ਪਰਮੇਸ਼ਵਰ, ਅਸੀਂ ਤੁਹਾਡੀ ਮਹਿਮਾ ਤਾਰੀਫ ਵਡਾਈ ਕਰਦੇ ਹਾਂ। ਪ੍ਰਭੂ ਜੀ, ਸਾਨੂੰ ਤੁਸੀਂ ਇਹ
ਸਮਾਂ ਦਿੱਤਾ ਤਾਂ ਕਿ ਅਸੀਂ ਤੁਹਾਡੀ ਹਜ਼ੂਰੀ ਵਿੱਚ ਆ ਸਕੀਏ, ਕਿਉਂਕਿ ਅਸੀਂ ਜਾਣਦੇ ਹਾਂ ਕਿ ਪ੍ਰਭੂ ਜੀ ਤੁਸੀਂ ਹੀ ਇਕੱਲੇ ਇੱਕ ਇਨਸਾਨ ਦੀ ਮਹਿਮਾ ਤਾਰੀਫ ਦੇ ਯੋਗ ਹੋ। ਪ੍ਰਭੂ ਜੀ ਥੈਂਕ ਯੂ ਕਰਦਾ ਤੁਹਾਡੇ ਵਚਨਾਂ ਦਾ ਜੋ ਤੁਸੀਂ ਸਾਨੂੰ ਦਿੱਤੇ ਪਿਤਾ ਪਰਮੇਸ਼ਵਰ, ਕਿ ਅਸੀਂ ਇਹਨਾਂ 'ਤੇ ਭਰੋਸਾ ਲਿਆ ਕੇ ਤੁਹਾਡੇ ਪੁੱਤਰ ਪ੍ਰਭੂ ਯਿਸੂ ਮਸੀਹ ਉੱਪਰ ਭਰੋਸਾ ਲਿਆ ਕੇ ਪ੍ਰਭੂ ਜੀ ਅਸੀਂ ਤੁਹਾਡੇ ਨਾਲ ਰਿਸ਼ਤਾ ਕੰਮ ਕਰ ਸਕਦੇ ਹਾਂ। ਪ੍ਰਭੂ ਜੀ ਜੋ ਤੁਸੀਂ ਸਾਨੂੰ ਦਿੱਤਾ ਇਹ ਪ੍ਰਭੂ ਜੀ ਬਹੁਤ ਵੱਡਾ ਗਿਫਟ ਸਾਨੂੰ ਤੁਸੀਂ ਫਰੀ ਦਿੱਤਾ ਪਿਤਾ ਪਰਮੇਸ਼ਵਰ। ਪਰ ਅਸੀਂ ਜਾਣਦੇ ਹਾਂ ਕਿ ਸਾਡੇ ਵਾਸਤੇ ਤੁਸੀਂ ਬਹੁਤ ਵੱਡੀ ਕੀਮਤ ਚੁਕਾਈ, ਤੁਸੀਂ ਆਪਣਾ ਇਕਲੌਤਾ ਪੁੱਤਰ ਇਸ ਧਰਤੀ 'ਤੇ ਘੱਲਿਆ ਤਾਂ ਕਿ ਪ੍ਰਭੂ ਜੀ ਸਾਡੇ ਪਾਪਾਂ ਵਾਸਤੇ ਉਹ ਸਲੀਬੀ ਮੌਤ ਸਹੇ। ਪਰ ਥੈਂਕ ਯੂ ਕਰਦਾ ਪ੍ਰਭੂ ਜੀ ਤੀਜੇ ਦਿਨ ਉਹਨਾਂ ਦੇ ਜੀ ਉੱਠਣ ਦੇ ਦੁਆਰਾ ਪ੍ਰਭੂ ਜੀ ਅਸੀਂ ਆਪਣੇ ਪਾਪਾਂ ਤੋਂ ਬਚਾਏ ਗਏ। ਥੈਂਕ ਯੂ ਕਰਦਾ ਪ੍ਰਭੂ ਜੀ ਸਾਨੂੰ ਤੁਸੀਂ ਆਪਣੇ ਪਰਿਵਾਰ 'ਚ ਸ਼ਾਮਿਲ ਕੀਤਾ। ਪ੍ਰਭੂ ਜੀ ਮੈਂ ਪ੍ਰਾਰਥਨਾ ਕਰਦਾ ਸਾਰੀ ਮੰਡਲੀ ਵੱਲੋਂ ਜੋ ਵੀ ਬੀਤੇ ਹਫ਼ਤੇ ਸਾਡੇ ਕੋਲ ਭੁੱਲਾਂ ਚੁੱਕਾ ਹੋਈਆਂ ਪ੍ਰਭੂ ਸਾਨੂੰ ਮਾਫ਼ ਕਰੋ, ਸਾਨੂੰ ਤੁਸੀਂ ਧੋਵੋ ਅਤੇ ਸਾਫ਼ ਕਰੋ, ਸਾਨੂੰ ਤੁਸੀਂ ਸਮਰੱਥ ਕਰੋ ਤਾਂ ਕਿ ਪ੍ਰਭੂ ਜੀ ਆਉਣ ਵਾਲੇ ਹਫ਼ਤੇ ਅਸੀਂ ਤੁਹਾਡੇ ਨਾਲ ਪ੍ਰਭੂ ਜੀ ਚੱਲ ਸਕੀਏ, ਤੁਹਾਡੇ ਵਿੱਚ ਮਜ਼ਬੂਤ ਹੋ ਸਕੀਏ ਪ੍ਰਭੂ ਜੀ ਤੁਹਾਡੇ ਵਚਨਾਂ ਵਿੱਚ, ਅਤੇ ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਨ ਵਾਲੇ ਪ੍ਰਭੂ ਜੀ ਇਨਸਾਨ ਹੋਈਏ। ਥੈਂਕ ਯੂ ਕਰਦਾ ਪ੍ਰਭੂ ਜੀ ਇਸ ਸਮੇਂ ਜੋ ਵੀ ਸਾਡੇ ਨਾਲ ਜੁੜੇ ਹੋਏ ਪ੍ਰਭੂ ਜੀ, ਜੋ ਸਾਡੇ ਨਾਲ ਪਹਿਲੀ ਵਾਰੀ ਜੁੜੇ ਹੋਏ ਪ੍ਰਭੂ ਜੀ, ਮੇਰੀ ਪ੍ਰਾਰਥਨਾ ਕਿ ਤੁਸੀਂ ਉਹਨਾਂ ਨੂੰ ਪ੍ਰਭੂ ਜੀ ਉਹਨਾਂ ਦੇ ਦਿਲ ਖੋਲ੍ਹੋ ਤਾਂ ਕਿ ਪ੍ਰਭੂ ਜੀ ਉਹਨਾਂ ਦੇ ਪ੍ਰਭੂ ਜੀ ਵੀ ਜਾਨਾਂ ਬਚਾਈਆਂ ਜਾ ਸਕਣ। ਅਤੇ ਪ੍ਰਭੂ ਜੀ ਇਸ ਸਮੇਂ ਜੋ ਵੀ ਹਾਲਾਤ ਇਸ ਦੁਨੀਆ ਅਸੀਂ ਜਾਣਦੇ ਕਿ ਕੋਵਿਡ ਦੇ ਪ੍ਰਭੂ ਜੀ ਬਹੁਤ ਸਾਰੇ ਲੋਕ ਜਾਨਾਂ ਜਾ ਰਹੀਆਂ, ਅਤੇ ਪ੍ਰਾਰਥਨਾ ਕਰਦਾ ਪ੍ਰਭੂ ਜੀ ਲੋਕਡਾਊਨ ਵਿੱਚੋਂ ਅਸੀਂ ਜਾ ਰਹੇ ਹਾਂ ਅਤੇ ਜੋ ਵੀ ਵੈਕਸੀਨੇਸ਼ਨ ਦਾ ਇੰਤਜ਼ਾਮ ਤੁਸੀਂ ਕੀਤਾ ਪ੍ਰਭੂ ਜੀ ਮੇਰੀ ਪ੍ਰਾਰਥਨਾ ਕਿ ਇਹ ਲੋਕਾਂ ਦੇ ਵਿੱਚ ਕੰਮ ਕਰੇ ਤਾਂ ਕਿ ਪ੍ਰਭੂ ਜੀ ਜਾਨਾਂ ਬਚਾਈਆਂ ਜਾ ਸਕਣ ਅਤੇ ਸਾਡੀ ਜ਼ਿੰਦਗੀ ਪ੍ਰਭੂ ਜੀ ਦੁਬਾਰਾ ਨੋਰਮਲ ਹੋ ਸਕੇ। ਬਾਕੀ ਪ੍ਰਭੂ ਜੀ ਇਸ ਸਮੇਂ ਜੋ ਵੀ ਲੋਕ ਇਸ ਕਰੋਨਾ ਵਾਇਰਸ ਤੋਂ ਪ੍ਰਭੂ ਜੀ ਇਹ ਸ਼ਿਕਾਰ ਆ, ਜੋ ਵੀ ਬਿਮਾਰ ਆ, ਸਾਡੀ ਪ੍ਰਾਰਥਨਾ ਪ੍ਰਭੂ ਜੀ ਤੁਸੀਂ ਉਹਨਾਂ ਨਾਲ ਹੋਵੋ, ਸ਼ਿਫਾ ਦਿਓ ਪ੍ਰਭੂ ਜੀ ਉਹਨਾਂ ਨੂੰ। ਖਾਸ ਕਰਕੇ ਸਾਡੀ ਪ੍ਰਾਰਥਨਾ ਆਂਟੀ ਬਲਬੀਰ ਵਾਸਤੇ ਜੋ ਕਿ ਪ੍ਰਭੂ ਜੀ ਵੈਂਟੀਲੇਟਰ 'ਤੇ ਆ, ਪ੍ਰਭੂ ਜੀ ਉਹਨਾਂ ਤੁਸੀਂ ਛੂਹੋ, ਤੁਸੀਂ ਉਹਨਾਂ ਨੂੰ ਸ਼ਿਫਾ ਦਿਓ। ਬਲਹਾਰ ਪਾਸਟਰ ਇੰਡੀਆ ਵਾਸਤੇ ਪ੍ਰਾਰਥਨਾ ਕਰਦੇ ਜੋ ਕਿ ਕੋਵਿਡ ਵਿੱਚੋਂ ਪ੍ਰਭੂ ਜੀ ਉਹ ਵੀ ਜਾ ਰਹੇ ਆ, ਹੌਸਪੀਟਲ 'ਚ ਆ, ਪ੍ਰਭੂ ਜੀ ਤੁਸੀਂ ਉਹਨਾਂ ਨੂੰ ਆਪਣਾ ਹੱਥ ਦੇ ਕੇ ਪ੍ਰਭੂ ਜੀ ਤੁਸੀਂ ਸ਼ਿਫਾ ਦਿਓ। ਬਾਕੀ ਪ੍ਰਭੂ ਜੀ ਜੋ ਵੀ ਇਸ ਸਮੇਂ ਲੋਕ ਦਿਮਾਗੀ ਪਰੇਸ਼ਾਨੀ ਪ੍ਰਭੂ ਜੀ ਬਹੁਤ ਸਾਰਾ ਲੋਕਾਂ ਦੇ ਪ੍ਰਭੂ ਜੀ ਬੋਝ ਘਰਾਂ 'ਚ ਬੈਠ ਕੇ ਪ੍ਰਭੂ ਜੀ ਮੈਂਟਲੀ ਲੋਕ ਇਲ ਹੋ ਰਹੇ ਆ, ਸਾਡੀ ਪ੍ਰਾਰਥਨਾ ਤੁਸੀਂ ਪ੍ਰਭੂ ਜੀ ਨਾਲ ਹੋਵੋ, ਤੁਸੀਂ ਉਹਨਾਂ ਨੂੰ ਸ਼ਿਫਾ ਦਿਓ। ਬਾਕੀ ਪ੍ਰਭੂ ਜੀ ਜੋ ਵੀ ਇਸ ਮੰਡਲੀ ਦੀਆਂ ਮੀਟਿੰਗਾਂ ਇਸ ਆਉਣ ਵਾਲੇ ਹਫ਼ਤੇ ਦੀਆਂ ਮੀਟਿੰਗਾਂ ਤੁਹਾਡੇ ਹੱਥਾਂ 'ਚ ਦਿੰਦੇ ਹਾਂ, ਅਤੇ ਜੋ ਵੀ ਪ੍ਰਭੂ ਜੀ ਕੀ ਵਰਕਰਸ ਹੈਗੇ ਇਸ ਮੰਡਲੀ ਦੇ ਤੁਹਾਡੀ ਸੇਵਾ ਕਰਦੇ ਪ੍ਰਭੂ ਜੀ ਉਹਨਾਂ ਦੀ ਸੁਰੱਖਿਆ ਵਾਸਤੇ ਅਸੀਂ ਪ੍ਰਾਰਥਨਾ ਕਰਦੇ ਹਾਂ। ਬਾਕੀ ਜਿਹੜੀਆਂ ਮੀਟਿੰਗਾਂ ਹੁੰਦੀਆਂ ਹਫ਼ਤੇ ਦੀਆਂ ਜ਼ੂਮ 'ਤੇ ਉੱਤੇ ਵਾਸਤੇ ਟਿਊਜ਼ਡੇ ਵੈਨਸਡੇ ਵਾਲੇ ਦਿਨ, ਸੰਡੇ ਦੀ ਮੀਟਿੰਗ, ਸ਼ਾਮ ਦੀ ਮੀਟਿੰਗ ਪ੍ਰਭੂ ਜੀ ਤੁਹਾਡਾ ਸਾਰੇ ਤੁਹਾਡੇ ਹੱਥਾਂ 'ਤੇ ਦਿੰਦੇ ਪ੍ਰਭੂ ਜੀ ਤਾਂ ਕਿ ਤੁਸੀਂ ਮੀਟਿੰਗਾਂ ਨੂੰ ਸ਼ਿਫਾ ਦਿਓ, ਤੁਸੀਂ ਬਰਕਤ ਦਿਓ ਪ੍ਰਭੂ ਜੀ। ਸਾਨੂੰ ਤੁਸੀਂ ਆਪਣੇ ਵਿੱਚ ਜੋ ਵੀ ਤੁਸੀਂ ਅੱਜ ਸਾਡੇ ਵਾਸਤੇ ਵਚਨ ਠਹਿਰਾਇਆ ਗਿਆ, ਭਾਈ ਨੇ ਸਾਡੇ ਵਾਸਤੇ ਵਚਨ ਲੈ ਕੇ ਆਉਣਾ, ਮੈਂ ਪ੍ਰਭੂ ਜੀ ਉਹਦੇ ਵਾਸਤੇ ਪ੍ਰਾਰਥਨਾ ਕਰਦਾ ਤਾਂ ਕਿ ਪ੍ਰਭੂ ਜੀ ਲੋਕਾਂ ਦੇ ਵਿੱਚ ਉਹ ਕੰਮ ਕਰਨ ਵਾਲਾ ਹੋਵੇ, ਤਾਂ ਕਿ ਪ੍ਰਭੂ ਜੀ ਸਾਨੂੰ ਤੁਸੀਂ ਸੁਣਨ ਵਾਲੇ ਕੰਨ ਦਿਓ, ਸਾਨੂੰ ਦਿਲ ਦਿਓ ਤਾਂ ਕਿ ਪ੍ਰਭੂ ਜੀ ਸਾਡਾ ਜੋ ਅਸੀਂ ਵਚਨ ਸੁਣੀਏ ਸਾਡੇ ਦਿਲਾਂ 'ਚ ਉਹ ਸਾਡੇ ਜ਼ਿੰਦਗੀਆਂ 'ਚ ਕੰਮ ਕਰੇ। ਥੈਂਕ ਯੂ ਕਰਦਾ ਪ੍ਰਭੂ ਜੀ ਇਹ ਸਾਰੇ ਸਮੇਂ ਤੁਹਾਡੇ ਹੱਥਾਂ ਦਿੰਦੇ ਹਾਂ, ਇਸ ਮੀਟਿੰਗ ਤੁਹਾਡੇ ਹੱਥਾਂ ਦਿੰਦੇ ਹਾਂ, ਇਹ ਸਾਰਾ ਕੁਛ ਪ੍ਰਭੂ ਯਿਸੂ ਮਸੀਹ ਨਾਮ 'ਚ ਮੰਗਦੇ ਹਾਂ, ਆਮੀਨ। ਆਓ ਹੁਣ ਇਸ ਹਫ਼ਤੇ ਦੇ ਨੋਟਿਸਿਸ ਵੱਲ ਚੱਲਦੇ ਹਾਂ ਜੋ ਕਿ ਇਸ ਤਰ੍ਹਾਂ ਹਨ। ਅੱਜ ਸ਼ਾਮ ਦੀ ਮੀਟਿੰਗ ਹੋਵੇਗੀ 5 ਵਜੇ ਇਸ ਚਰਚ ਬਿਲਡਿੰਗ ਵਿੱਚ ਅਸੀਂ ਇਕੱਠੇ ਹੋਵਾਂਗੇ। ਜਿਸ ਤਰ੍ਹਾਂ ਸਾਨੂੰ ਪਤਾ ਕਿ ਕੋਵਿਡ ਦੇ ਵਿੱਚ ਚੱਲਦੇ ਹੋਏ ਸਾਨੂੰ ਜਿਹੜੇ ਮਾਸਕ ਪਾਉਣੇ ਪੈਂਦੇ ਆ ਅਤੇ ਜਿਹੜੀਆਂ ਰਿਸਟ੍ਰਿਕਸ਼ਨ ਸਾਡੇ ਲੱਗੀਆਂ ਹੋਈਆਂ ਤਾਂ ਕਿ ਦੂਰੀ ਬਣਾ ਕੇ ਰੱਖਣੀ ਪੈਂਦੀ ਸਾਨੂੰ। 5 ਵਜੇ ਮੀਟਿੰਗ ਹੁੰਦੀ ਆ, ਸੋ ਕਿਰਪਾ ਕਰਕੇ ਤੁਸੀਂ ਥੋੜ੍ਹਾ ਸਮਾਂ ਪਹਿਲਾਂ ਕੱਢ ਕੇ ਆਓ ਤਾਂ ਕਿ ਲੌਗ ਬੁੱਕ ਰੱਖੀ ਹੁੰਦੀ ਆ ਰਿਸੈਪਸ਼ਨ 'ਤੇ, ਉਹ ਸਾਰਾ ਨਾਂ ਨੋਟ ਕੀਤਾ ਜਾਂਦਾ। ਅਤੇ ਜਿਹੜੇ ਲੋਕ ਨਹੀਂ ਆ ਸਕਦੇ ਉਹਨਾਂ ਵਾਸਤੇ ਜ਼ੂਮ ਦੇ ਉੱਪਰ ਮੀਟਿੰਗ ਰਿਲੇ ਹੋਵੇਗੀ, ਤੁਸੀਂ ਘਰਾਂ 'ਚ ਬੈਠੇ ਦੇਖ ਸਕਦੇ ਹੋ। ਟਿਊਜ਼ਡੇ ਵਾਲੇ ਦਿਨ ਸ਼ਾਮੀ 7 ਵਜੇ ਪੰਜਾਬੀ ਸਪੀਕਰਸ ਵਾਸਤੇ ਮੀਟਿੰਗ ਹੋਵੇਗੀ, ਪ੍ਰੇਅਰ ਮੀਟਿੰਗ, ਅਤੇ ਵੈਨਸਡੇ ਵਾਲੇ ਦਿਨ 7 ਵਜੇ ਇੰਗਲਿਸ਼ ਸਪੀਕਰਸ ਵਾਸਤੇ ਮੀਟਿੰਗ ਹੋਵੇਗੀ। ਸ਼ਨੀਵਾਰ ਵਾਲੇ ਦਿਨ 11 ਵਜੇ ਸੰਡੇ ਸਕੂਲ ਹੁੰਦਾ, ਅਤੇ ਅਸੀਂ ਜਿਸ ਤਰ੍ਹਾਂ ਕਹਿੰਦੇ ਆ ਰਹੇ ਕਿ ਮਾਪਿਆਂ ਨੂੰ ਤੁਸੀਂ ਆਪਣੇ ਬੱਚੇ ਇਹ 'ਚ ਜ਼ਰੂਰ ਸ਼ਾਮਿਲ ਕਰੋ, ਅਤੇ ਥੈਂਕ ਯੂ ਕਰਦੇ ਹਾਂ ਜੋ ਲਗਾਤਾਰ ਆਪਣੇ ਬੱਚੇ ਲੈ ਕੇ ਆਉਂਦੇ ਆ, ਅਤੇ ਅਸੀਂ ਇਨਕਰੇਜ ਕਰਦੇ ਹਾਂ ਤੁਸੀਂ ਆਪਣੇ ਬੱਚਿਆਂ ਨੂੰ ਇੱਥੇ ਜ਼ਰੂਰ ਸ਼ਾਮਿਲ ਕਰੋ। ਅਤੇ ਜੇ ਪ੍ਰਭੂ ਦੀ ਮਰਜ਼ੀ ਹੋਈ ਤਾਂ ਫਿਰ ਇੱਕ ਵਾਰੀ ਅਸੀਂ ਅਗਲੇ ਸੰਡੇ 11 ਵਜੇ ਇਸੇ ਮੀਟਿੰਗ ਇਕੱਠੇ ਹੋਵਾਂਗੇ, ਅਤੇ ਸ਼ਾਮੀ 5 ਵਜੇ ਮੀਟਿੰਗ ਹੋਵੇਗੀ ਇਸ ਮੰਡਲੀ ਵਿੱਚ।
ਤੇ ਆਓ ਸਭ ਤੋਂ ਪਹਿਲਾਂ ਮੈਂ ਅੱਜ ਦਾ ਜਿਹਨੇ ਵਚਨ ਲੈ ਕੇ ਆਉਣਾ ਐਂਡੀ ਕੋਲ, ਉਹਨਾਂ ਦਾ ਮੈਂ ਵੈਲਕਮ ਕਰਦਾ। ਸਵੇਰੇ ਸ਼ਾਮੀ ਉਹਨਾਂ ਨੇ ਇਸ ਮੰਡਲੀ ਵਿੱਚ ਵਚਨ ਸੁਣਾਉਣਾ ਉਹਨਾਂ ਨੇ, ਸੋ ਉਹਨਾਂ ਦੇ ਵੈਲਕਮ ਕਰਦੇ ਹਾਂ। ਅਤੇ ਜੋ ਅੱਜ ਦੀ ਰੀਡਿੰਗ ਲਈ ਹੈ ਮੈਂ ਉਹ ਪੜ੍ਹਾਂਗਾ ਹੁਣ ਬਾਈਬਲ ਦੇ ਵਿੱਚੋਂ। ਸੋ ਅੱਜ ਦਾ ਵਚਨ ਲਿਆ ਗਿਆ ਹੈ ਮੱਤੀ ਦੀ ਅੰਜੀਲ, ਉਹਦਾ 11ਵਾਂ ਅਧਿਆਏ, ਉਹਦੀ 28 ਤੋਂ 30 ਆਇਤ ਤੱਕ। ਸੋ ਮੱਤੀ ਦੀ ਅੰਜੀਲ 11ਵਾਂ ਅਧਿਆਏ 28, 29 ਅਤੇ 30 ਆਇਤ। ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਜੋ ਮੈਂ ਤੁਹਾਨੂੰ ਆਰਾਮ ਦਿਆਂਗਾ। ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ ਕਿ ਉਹ ਜੋ ਮੈਂ ਕੋਮਲ ਅਤੇ ਮਨ ਦਾ ਗਰੀਬ ਹਾਂ, ਅਤੇ ਤੁਸੀਂ ਆਪਣਿਆਂ ਜੀਆਂ ਵਿੱਚ ਆਰਾਮ ਪਾਓਗੇ, ਕਿਉਂ ਜੋ ਮੇਰਾ ਜੂਲਾ ਹੌਲਾ ਅਤੇ ਮੇਰਾ ਭਾਰ ਹਲਕਾ ਹੈ। ਆਮੀਨ। ਆਓ ਇਸ ਤੋਂ ਪਹਿਲਾਂ ਕਿ ਭਾਈ ਸਾਡੇ ਅੱਗੇ ਵਚਨ ਲੈ ਕੇ ਆਉਣ, ਅਸੀਂ ਇਸ ਮੀਟਿੰਗ ਦੇ ਅਗਲੇ ਗੀਤ ਵੱਲ ਚੱਲਦੇ ਹਾਂ ਜੋ ਕਿ ਸਕਰੀਨ 'ਤੇ ਆਵੇਗਾ। What love could remember no wrongs we have done, omniscient, all-knowing, he counts not their sum, thrown into a sea without bottom or shore. Our sins, they are many, his mercy is more. What patience would wait as we constantly roam, what Father so tender is calling us home. He welcomes the weakest, the vilest, the poor. Our sins, they are many, his mercy is more. Praise the Lord, his mercy is more. Stronger than darkness, new every morn. Our sins, they are many, his mercy is more. What riches of kindness he lavished on us. His blood was the payment, his life was the cost. We stand neath the debt we could never afford. Our sins, they are many, his mercy is more. Praise the Lord, his mercy is more. Stronger than darkness, new every morn. Our sins, they are many, his mercy is more. Praise the Lord, his mercy is more. Stronger than darkness, new every morn. Our sins, they are many, his mercy is more. Well, have you ever been carrying something so heavy for so long that you felt like you were going to collapse in a heap? ਕਦੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਐਸਾ ਬੋਝ ਉਠਾ ਕੇ ਫਿਰਦੇ ਹੈਗੇ ਆ ਕਿ ਤੁਹਾਨੂੰ ਲੱਗਦਾ ਕਿ ਮੈਂ ਹੁਣ ਵੀ ਡਿੱਗਣ ਲੱਗਾ। You know, you feel like your fingers are going to drop off. ਹੋ ਸਕਦਾ ਤੁਸੀਂ ਸ਼ਾਪਿੰਗ ਕਰਨ ਗਏ ਆ, ਤੁਹਾਡੇ ਕੋਲ ਝੋਲੇ ਹੈਗੇ ਸਮਾਨ ਦੇ ਭਰੇ, ਤੁਹਾਨੂੰ ਲੱਗਦਾ ਕਿ ਹੁਣ ਵੀ ਮੇਰੇ ਹੱਥ ਟੁੱਟਣ ਲੱਗੇ ਹੈਗੇ ਆ, ਭਾਰ ਬਹੁਤ ਆ। Or maybe you've been at home doing some DIY, or in the garden. I know Judgy's doing some project in the garden at the moment, and you know you're carrying some heavy weight and your arms are killing you. ਜੇ ਘਰ ਬੈਠੇ ਆ, ਘਰ ਦਾ ਕੋਈ ਕੰਮ ਕਰਦੇ ਹੈਗੇ, ਜੇ ਗਾਰਡਨ 'ਚ ਕੰਮ ਕਰਦੇ ਆ, ਸਾਨੂੰ ਪਤਾ ਭਾਈ ਜੋਜ ਆਪਣੇ ਘਰ ਗਾਰਡਨ 'ਚ ਕੰਮ ਕਰਦਾ ਹੈਗਾ, ਔਰ ਉਹ ਜਿਹੜਾ ਕੰਮ ਹੈਗਾ ਕਾਫੀ ਭਾਰਾ ਹੈਗਾ। Or maybe some of you younger ones, you've been at school and you've gone on a school trip.
you know, and you've gone to some kind of museum, but it's gone on for hours and hours, and your bag on your back is really weighing you down. ਜੇ ਕਈ ਬੱਚੇ ਹੈਗੇ ਸਕੂਲ ਜਾਂਦੇ ਆ ਜਿਹੜੇ ਉਹ ਕਿਤੇ ਬਾਹਰ ਜਾਂਦੇ ਹੈਗੇ ਕੋਈ ਕਿਤੇ ਸਕੂਲ ਵੱਲੋਂ ਔਰ ਲੱਗਦੇ ਕਿ ਅਸੀਂ ਬਹੁਤ ਥੱਕ ਗਏ ਹੈਗੇ ਸਾਡੀ ਢੂਈ ਦੁਖਣ ਲੱਗ ਪਈ ਹੈਗੀ ਆ ਅਸੀਂ ਬਹੁਤ ਥੱਕ ਗਏ ਹੈਗੇ ਮੁੜ ਕੇ ਘਰ ਨੂੰ ਜਾਣਾ Well, when my two children, Elijah and Abigail, were little, my wife and I, we took them on a hike in the countryside. ਭਾਈ ਦੇ ਦੋ ਬੱਚੇ ਜਦੋਂ ਛੋਟੇ ਸੀਗੇ ਤੇ ਇਹਨਾਂ ਦੀ ਪਤਨੀ ਉਹਨਾਂ ਨੂੰ ਬਾਹਰ ਲੈ ਗਏ ਪਹਾੜਾਂ ਉੱਤੇ ਘੁੰਮਣ ਫਿਰਨ ਨੂੰ Now, my daughter Abigail, she was only little, so it wasn't long before she grew weary and needed carrying. ਇਹਨਾਂ ਦੀ ਬੇਟੀ ਐਬੀਗੇਲ ਛੋਟੀ ਸੀ ਉਦੋਂ ਤੇ ਜ਼ਿਆਦਾ ਦੇਰ ਨਹੀਂ ਲੱਗੀ ਉਹਨੂੰ ਚੁੱਕ ਕੇ ਤੁਰਨਾ ਪਿਆ ਕਿਉਂਕਿ ਥੱਕ ਗਈ ਸੀਗੀ I had one of these special backpacks for little children, so she went into my backpack and I had to carry her. ਭਾਈ ਕਹਿੰਦੇ ਨੇ ਕੋਈ ਪਿੱਛੇ ਜਿਹੜਾ ਬੈਕਪੈਕ ਸੀਗਾ ਉਹ 'ਚ ਬੱਚੀ ਨੂੰ ਪਾ ਕੇ ਤਾਂ ਆਪਣੀ ਢੂਹੀ ਤੇ ਉਹਨਾਂ ਨੇ ਬੰਨ੍ਹ ਲਿਆ ਇਹਨਾਂ ਨੇ ਬੱਚੀ ਨੂੰ Now my son was only just a couple of years older, and so it wasn't long before he also grew weary on this hike, and he needed picking up and carrying. ਲੜਕਾ ਲੜਕੀ ਤਾਂ 2 ਸਾਲ ਵੱਡਾ ਹੈਗਾ ਥੋੜੀ ਦੇਰ ਬਾਅਦ ਉਹ ਵੀ ਥੱਕ ਗਿਆ ਉਹਨਾਂ ਨੇ ਵੀ ਚੁੱਕ ਕੇ ਸਾਨੂੰ ਤੁਰਨਾ ਪਿਆ ਕੋਈ ਕੋਈ ਤੁਰ ਨਹੀਂ ਹੁੰਦਾ ਸੀਗਾ So I lifted him up and I had my son on my shoulders and my daughter on my back. So and on we went with our hike. So ਬੇਟੀ ਨੂੰ ਮੈਂ ਪਿੱਛੇ ਬੰਨਿਆ ਸੀਗਾ ਬੈਕਪੈਕ ਵਿੱਚ ਬੱਚੇ ਨੂੰ ਚੁੱਕਿਆ ਸੀਗਾ ਬੇਟੇ ਨੂੰ ਕਲਾਵੇ ਵਿੱਚ ਭਰਿਆ ਸੀਗਾ ਅਸੀਂ ਏਦਾਂ ਹੀ ਅਸੀਂ ਤੁਰੀ ਗਏ Now the conditions were really windy. The wind was driving against us and it was pouring with rain, and we were in a rush to get to a train station to catch a train. ਹਵਾ ਬਹੁਤ ਚੱਲਦੀ ਸੀਗੀ ਮੀਂਹ ਨੇਰੀ ਝੱਖੜ ਚੱਲਦਾ ਸੀਗਾ ਔਰ ਅਸੀਂ ਜਲਦੀ ਵਿੱਚ ਸੀਗੇ ਕਿ ਅਸੀਂ ਸਟੇਸ਼ਨ ਤੇ ਪਹੁੰਚੀਏ ਕਿਉਂਕਿ ਅਸੀਂ ਗੱਡੀ ਫੜਨੀ ਸੀਗੀ So you know we had to rush, and you know I was marching like I was on some training for an elite sport or for the SAS. So ਏਦਾਂ ਮੈਨੂੰ ਲੱਗਦਾ ਸੀਗਾ ਕਿ ਮੈਂ ਜਿੱਦਾਂ ਮੇਰੀ ਕਸਰਤ ਹੋ ਰਹੀ ਹੈਗੀ ਆ ਮੈਨੂੰ ਮਾਰਚ ਕਰਨਾ ਪਿਆ ਸੀਗਾ ਹਵਾ ਵੀ ਚੱਲਦੀ ਮੀਂਹ ਨੇਰੀ ਹੈਗਾ ਤਾਂ ਮੇਰਾ ਜ਼ੋਰ ਲੱਗ ਗਿਆ Well, can you imagine my relief when we eventually got to the train station and I was able to unload my sleepy children? ਜਦੋਂ ਅਸੀਂ ਪਹੁੰਚੇ ਟ੍ਰੇਨ ਸਟੇਸ਼ਨ ਤੇ ਤੁਸੀਂ ਮਹਿਸੂਸ ਕਰ ਸਕਦੇ ਕਿ ਮੈਂ ਕਿੰਨਾ ਖੁਸ਼ ਹੋਇਆ ਜਦੋਂ ਮੈਂ ਬੱਚਿਆਂ ਨੂੰ ਜਦੋਂ ਬਿਠਾ ਲਿਆ ਲਾ ਕੇ ਬੋਝ ਕਿੱਦਾਂ ਹਲਕਾ ਹੋਇਆ ਮੇਰਾ I tell you it was such a welcome relief. It was rest for the weary. ਬਹੁਤ ਮੈਨੂੰ ਚਾਅ ਚੜਿਆ ਥੱਕੇ ਹੋਏ ਬੰਦੇ ਦੇ ਲਈ ਆਰਾਮ ਮਿਲ ਗਿਆ Now if we had to choose a word to sum up how we are feeling these days, ਅੱਜਕੱਲ ਜੇ ਅਸੀਂ ਕੋਈ ਸ਼ਬਦ ਚੁਣਨਾ ਹੋਵੇ ਸਮਝਾਉਣ ਨੂੰ ਕਿਸੇ ਨੂੰ ਕਿਸੇ ਕਿੱਦਾਂ ਮਹਿਸੂਸ ਕਰਦੇ ਇਹਨਾਂ ਦਿਨਾਂ ਦੇ ਵਿੱਚ I think many of us would choose the word weary. ਅਸੀਂ ਕਹਾਂਗੇ ਕਿ ਅਸੀਂ ਥੱਕ ਗਏ ਹਾਂ ਹਾਰੇ ਹੋਏ ਹਾਂ The fears and the frustrations of this pandemic have left a lot of us feeling worn out. ਆ ਮਹਾਮਾਰੀ ਜਿਹੜੀ ਹੈਗੀ ਬਿਮਾਰੀ ਜਿਹੜੀ ਚੱਲ ਰਹੀ ਹੈਗੀ ਇਹਦੇ ਕਰਕੇ ਬਹੁਤ ਸਾਰੇ ਅਸੀਂ ਐਦਾਂ ਥੱਕੇ ਮਹਿਸੂਸ ਕਰਦੇ ਹੈਗੇ ਆ ਕਿ ਸਾਡੀ ਬਸ ਹੋ ਗਈ ਆ Now more than ever we need to remind ourselves of the gospel, the good news about Jesus coming to give rest to the weary. ਜ਼ਿਆਦਾ ਵੱਧ ਕੇ ਹੁਣ ਸਾਨੂੰ ਲੋੜ ਹੈਗੀ ਇੱਕ ਦੂਸਰੇ ਨੂੰ ਤਸੱਲੀ ਦੇਣ ਦੇ ਲਈ ਸਮਝਣ ਦੇ ਲਈ ਕਿ ਪ੍ਰਭੂ ਯਿਸੂ ਮਸੀਹ ਨੇ ਜਦੋਂ ਕਿਹਾ ਸੀ ਕਿ ਮੈਂ ਆਇਆ ਹੈਗਾ ਥੱਕੇ ਹੋਏ ਮੰਦੇ ਹੋਏ ਲੋਕਾਂ ਨੂੰ ਆਰਾਮ ਦੇਣ ਦੇ ਲਈ In the gospel we celebrate and rejoice that in the coming of Christ we have the coming of God into our world. He is Emmanuel, God with us. ਇੰਜੀਲ ਵਿੱਚ ਅਸੀਂ ਖੁਸ਼ੀ ਮਨਾਉਂਦੇ ਪੜ੍ਹ ਕੇ ਜਦੋਂ ਅਸੀਂ ਦੇਖਦੇ ਹੈਗੇ ਆ ਕਿ ਪਰਮੇਸ਼ਵਰ ਇਮਾਨੂਅਲ ਸਾਡੇ ਨਾਲ ਹੈਗਾ ਪ੍ਰਭੂ ਯਿਸੂ ਮਸੀਹ And this is something to celebrate because he has come to save us from our sins and give rest to the weary. ਇਹ ਖੁਸ਼ੀ ਦਾ ਕਾਰਨ ਹੈਗਾ ਕਿ ਪ੍ਰਭੂ ਆਏ ਹੈਗੇ ਆ ਥੱਕੇ ਮੰਦਿਆਂ ਨੂੰ ਬੋਝ ਤੋਂ ਛੁਟਕਾਰਾ ਦੇਣ ਦੇ ਲਈ ਔਰ ਆਰਾਮ ਦੇਣ ਦੇ ਲਈ And that is going to be our theme this morning, rest for the weary. And we're going to look at a passage in Matthew chapter 11. ਇਹ ਸਾਡਾ ਮਜ਼ਮੂਨ ਹੈਗਾ ਸਵੇਰ ਦਾ ਥੱਕੇ ਮੰਦੇ ਹੋਏ ਲੋਕਾਂ ਦੇ ਲਈ ਆਰਾਮ ਅੱਜ ਸਵੇਰੇ ਅਸੀਂ ਮਤੀ ਦੀ ਇੰਜੀਲ 11 ਚੈਪਟਰ 'ਚੋਂ ਅਸੀਂ ਕੁਝ ਆਇਤਾਂ ਦੇਖਾਂਗੇ So I'm just going to read a few of the verses there from near the end of Matthew chapter 11. These are the words of Jesus from verse 25. ਮਤੀ 11:25 ਤੋਂ ਲੈ ਕੇ ਅਸੀਂ ਪ੍ਰਭੂ ਯਿਸੂ ਮਸੀਹ ਦੇ ਲਫ਼ਜ਼ ਪੜਾਂਗੇ I praise you, Father, Lord of heaven and earth, because you have hidden these things from the wise and learned
and revealed them to little children. उस वक्त यीशु ने कहा, ए बाप आसमान और ज़मीन के खुदावंद, मैं तेरी हम्द करता हूँ कि तूने ये बातें दानाओं और अक्लमंदों से छिपाई और बच्चों पर जाहिर की. Yes, Father, for this is what you were pleased to do. हाँ ए बाप, क्योंकि यही तेरी मर्जी थी. All things have been committed to me by my Father. All things have been committed to me by my Father. ये सारियां गल्लां मैनू मेरे बाप दे सुपुर्द होईयां. No one knows the Son except the Father, and no one knows the Father except the Son, and those to whom the Son chooses to reveal him. कोई बाप नूं नहीं जानदा और कोई बेटे नहीं जानदा जे परमेश्वर पिता उन्हां उत्ते ये भेद ना खोले तां. And now we come in verse 28 to this wonderful invitation from Jesus. हुण 28 आयत जिहड़ी हैगी आ ਇਹ 'ਚ ਅਸੀਂ ਪੜ੍ਹਦੇ ਪ੍ਰਭੂ ਯੀਸ਼ੂ ਮਸੀਹ ਨੇ ਜਿਹੜਾ ਬਹੁਤ ਸੋਹਣਾ ਸੱਦਾ ਦਿੱਤਾ. Come to me, all you who are weary and burdened, and I will give you rest. ए मेहनत उठाने वालों और बोझ से दबे हुए लोगों, सब मेरे पास आओ, मैं तुम्हें आराम दूंगा. Take my yoke upon you and learn from me, for I am gentle and humble in heart, and you will find rest for your souls. मेरा जुआ अपने ऊपर उठा लो और मुझसे सीखो, क्योंकि मैं हलीम हूँ और दिल का फिरोतन. For my yoke is easy and my burden is light. तो तुम्हारी जानें आराम पाएंगी, क्योंकि मेरा जुआ मुलायम है और मेरा बोझ हल्का. Just to put this invitation in its context, इस सद्दे नूं असीं जे समझण दी कोशिश करिए. in Matthew chapter 5 to 10, we're told about some of the teaching and miracles of Jesus. मती 5 ਤੋਂ ਲੈ ਕੇ 10 ਚੈਪਟਰ ਤੱਕ ਅਸੀਂ ਯਿਸੂ ਮਸੀਹ ਦੇ ਮੌਜੂਜ਼ਾਂ ਬਾਰੇ. Then in chapters 11 to 16, we see different responses to Jesus. ਫਿਰ 11 ਤੋਂ 16 ਚੈਪਟਰ ਦੇ ਵਿੱਚ ਅਸੀਂ ਪੜ੍ਹਦੇ ਦੇਖਦੇ ਹਾਂ ਕਿ ਲੋਕਾਂ ਨੇ ਉਹ ਸੁਣਨ ਗੱਲਾਂ ਨੂੰ ਸੁਣ ਕੇ ਕਿੱਦਾਂ ਪ੍ਰਭੂ ਦਾ ਸਾਹਮਣਾ ਕੀਤਾ. Some were disappointed and others opposed him. ਕਈ ਲੋਕੀ ਨਿਰਾਸ਼ ਹੋਏ, ਕਈ ਲੋਕਾਂ ਕੀਤਾ. He was not the Messiah that many were hoping for. ਬਹੁਤ ਸਾਰੇ ਲੋਕੀ ਜਿਹੜੇ ਸੋਚਦੇ ਸੀਗੇ ਉਹ ਮਸੀਹਾ ਨਹੀਂ ਸੀਗਾ ਉਹਨਾਂ ਦੇ ਲਈ. And at the start of chapter 11, even John the Baptist is having his doubts and needs reassurance. 11 ਚੈਪਟਰ ਦੇ ਸ਼ੁਰੂ ਵਿੱਚ ਵੀ ਯੂਹੰਨਾ ਬਪਤਿਸਮਾ ਦੇਣ ਵਾਲਾ ਉਹ ਵੀ ਸ਼ੱਕ ਕਰਦਾ ਸੀਗਾ, ਉਹਨੂੰ ਵੀ ਤਸੱਲੀ ਦਿਲਾਉਣੀ ਪਈ. Then in verses 20 to 24, Jesus condemns the cities that have seen his miracles but harden their hearts in unbelief. 20 ਤੋਂ 24 ਆਇਤ ਵਿੱਚ ਪ੍ਰਭੂ ਨੇ ਉਹਨਾਂ ਸ਼ਹਿਰਾਂ ਨੂੰ ਕਿਹਾ, ਇਲਜ਼ਾਮ ਲਗਾਇਆ ਕਿ ਜਿਨ੍ਹਾਂ ਨੇ ਮੋਜ਼ੇ ਦੇਖੇ ਪ੍ਰਭੂ ਦੇ, ਪਰ ਦੇਖ ਕੇ ਵੀ ਉਹਨਾਂ ਨੇ ਨਹੀਂ ਜਾਣਿਆ, ਦਰਗੁਜ਼ਰ ਕੀਤਾ ਉਹਨੂੰ. Then in verses 25 to 27, he explains that God has revealed the truth of who he is to those who are humble, like little children. 25 ਤੋਂ 27 ਆਇਤ ਵਿੱਚ ਪ੍ਰਭੂ ਕਹਿੰਦੇ ਆ ਕਿ ਮੇਰੇ ਬਾਪ ਨੇ ਉਹਨਾਂ ਲੋਕਾਂ ਉੱਤੇ ਜ਼ਾਹਿਰ ਕੀਤਾ ਹੈਗਾ, ਕੀਤੀ ਗਈ ਸੱਚਾਈ, ਜਿਹੜੇ ਲੋਕੀ ਦਿਲ ਦੇ ਹੈਗੇ, ਜਿਹੜੇ ਲੋਕੀ ਨੀਵੇਂ ਹੈਗੇ ਆ, ਬੱਚਿਆਂ ਵਰਗੇ ਆ. But he has hidden the truth of who he is from those who think they are wise and learned. ਜਿਹੜੇ ਲੋਕੀ ਸੋਚਦੇ ਕਿ ਅਸੀਂ ਬਹੁਤ ਅਕਲਮੰਦ ਆ, ਬਹੁਤ ਬੁੱਧੀਮਾਨ ਹੈਗੇ ਆ, ਉਹਨਾਂ ਤੋਂ ਪਰਮੇਸ਼ਵਰ ਨੇ ਆਪਣੀ ਸੱਚਾਈ ਲੁਕੋ ਕੇ ਰੱਖੀ ਆ. The contrast here is not so much about intelligence or age, but attitude. ਇੱਥੇ ਗੱਲ ਨਾ ਅਕਲਮੰਦੀ ਦੀ ਆਉਂਦੀ ਹੈ, ਨਾ ਉਮਰ ਦੀ ਆਉਂਦੀ ਆ. ਇੱਥੇ ਗੱਲ ਆਉਂਦੀ ਹੈਗੀ ਆ ਕਿ ਕਿੰਨੇ ਉਹ ਹਲੀਮ ਹੈਗੇ ਆ. He's contrasting those who are proud and self-righteous and think they know it all with those who are humble. ਪ੍ਰਭੂ ਉਹਨਾਂ ਨੂੰ ਮਿਲਾਉਂਦੇ ਹੈਗੇ ਜਿਹੜੇ ਲੋਕੀ ਸੋਚਦੇ ਕਿ ਅਸੀਂ ਸਭ ਕੁਝ ਜਾਣਦੇ ਹਾਂ, ਸਾਨੂੰ ਪਤਾ ਹੈਗਾ, ਅਸੀਂ ਬੜੇ ਅਕਲਮੰਦ ਹੈਗੇ ਹਾਂ. ਉਹਨਾਂ ਨੂੰ ਪ੍ਰਭੂ ਮਿਲਾ ਰਹੇ ਹੈਗੇ ਉਹਨਾਂ ਲੋਕਾਂ ਦੇ ਨਾਲ ਜਿਹੜੇ ਹਲੀਮ ਹੈਗੇ, ਦਿਲ ਦੇ ਨੀਵੇਂ ਹੈਗੇ ਆ. ਉਹ ਕਹਿੰਦੇ ਕਿ ਸਾਨੂੰ ਪਤਾ ਕੁਛ ਨਹੀਂ. So the arrogant and the ਨੀਵੇਂ ਹੈਗੇ ਆ, ਉਹ ਲੋਕੀ ਪ੍ਰਭੂ ਦੇ ਵੱਲ ਆਈ ਜਾਂਦੇ ਹੈਗੇ ਆ.
And that is the context of this wonderful invitation in verse 28. ਇਹ ਮਜ਼ਮੂਨ ਹੈਗਾ ਉਸ ਬਹੁਤ ਦਾ ਜਿਹੜਾ ਅਸੀਂ ਪੜ੍ਹਦੇ ਹੈਗੇ 28 ਆਇਤ ਦੇ ਵਿੱਚ। Come to me, all who are weary and burdened, and I will give you rest. ए मेहनत उठाने वालों और बोझ से दबे हुए लोगों मेरे पास आओ तो मैं तुम्हें आराम दूंगा। I'd like to walk through this passage with you and just bring out 3 simple lessons. इस आयत ਦੇ ਵਿੱਚੋਂ ਅਸੀਂ ਜਾ ਕੇ ਅਸੀਂ 3 ਗੱਲਾਂ ਸਿੱਖਾਂਗੇ ਕਿ ਪ੍ਰਭੂ ਸਾਨੂੰ ਕੀ ਸਿਖਾਉਣਾ ਚਾਹੁੰਦੇ ਆ। The first lesson I want to draw out of this passage is that we are all invited to come to Jesus. ਪਹਿਲਾ ਸਬਕ ਹੈਗਾ ਕਿ ਪ੍ਰਭੂ ਨੇ ਸਾਨੂੰ ਸੱਦਾ ਦਿੱਤਾ ਸਾਰਿਆਂ ਨੂੰ ਕਿ ਮੇਰੇ ਕੋਲ ਆਓ। I already mentioned that the coming of Christ into the world, his incarnation, is something we celebrate. ਅੱਗੇ ਕਹਿ ਚੁੱਕੇ ਕਿ ਪ੍ਰਭੂ ਯਿਸੂ ਮਸੀਹ ਦੇ ਦੁਨੀਆ ਵਿੱਚ ਆਉਣਾ, ਉਹਨਾਂ ਦਾ ਦੇਹਧਾਰੀ ਹੋ ਕੇ ਦੁਨੀਆ ਵਿੱਚ ਆਉਣਾ, ਉਸ ਗੱਲ ਦੀ ਅਸੀਂ ਖੁਸ਼ੀ ਮਨਾਉਣੇ, ਆਨੰਦ ਕਰਦੇ ਹਾਂ। But why do we celebrate the coming of Christ? ਪਰ ਅਸੀਂ ਮਸੀਹ ਦੀ ਆਮਦ ਦੀ ਕਿਉਂ ਅਸੀਂ ਖੁਸ਼ੀ ਮਨਾਉਂਦੇ ਹਾਂ? If you think about it, that in itself is not good news. ਜੇ ਸੋਚੋ ਇਸ ਗੱਲ ਦੇ ਬਾਰੇ, ਇਹ ਆਪਣੇ ਆਪ ਵਿੱਚ ਕੋਈ ਖੁਸ਼ਖਬਰੀ ਤਾਂ ਨਹੀਂ ਹੈਗੀ। Because Jesus is God in the flesh, the creator of the universe. ਪਰਮੇਸ਼ਵਰ ਜਿਹੜਾ ਜ਼ਮੀਨ ਔਰ ਅਸਮਾਨ ਦਾ ਬਣਾਉਣ ਵਾਲਾ, ਉਹ ਇਨਸਾਨ ਬਣ ਕੇ ਦੁਨੀਆ ਦੇ ਵਿੱਚ ਆ ਗਿਆ ਦੇਹਧਾਰੀ ਹੋ ਕੇ। He is the one who is holy and eternal. ਜਿਹੜਾ ਪਵਿੱਤਰ ਹੈਗਾ, ਜਿਹੜਾ ਕਦੂਸ ਹੈਗਾ, ਜਿਹੜਾ ਹਮੇਸ਼ਾ ਦੇ ਲਈ ਹੈਗਾ। And yet we are his fallen creation. ਅਸੀਂ ਉਹਦੇ ਬਣਾਏ ਹੋਏ ਚੀਜ਼ਾਂ ਹੈਗੀਆਂ। By nature we are enemies of God, living in rebellion against him. ਸੁਭਾਅ ਦੇ ਤੌਰ ਤੇ ਅਸੀਂ ਉਹਦੇ ਬਣਾਏ ਹੋਏ ਹੈਗੇ ਆ, ਅਸੀਂ ਉਹਦੇ ਵਿਰੋਧੀ ਹੈਗੇ ਆ, ਅਸੀਂ ਪਾਪ ਚ ਰਹਿੰਦੇ ਆ, ਅਸੀਂ ਪਰਮੇਸ਼ਰ ਦੇ ਖਿਲਾਫ ਹੈਗੇ ਹਮੇਸ਼ਾ। By nature we reject his rule over our lives and we are heading for his judgment. ਆਪਣੇ ਸੁਭਾਅ ਦੇ ਅਨੁਸਾਰ ਅਸੀਂ ਉਹਦੇ ਪ੍ਰਭੂ ਹੋਣ ਦਾ ਅਸੀਂ ਇਨਕਾਰ ਕਰਦੇ ਹੈਗੇ ਆ, ਅਸੀਂ ਇਨਸਾਫ ਵੱਲ ਜਾ ਰਹੇ ਹੈਗੇ ਆ, ਸਾਰਾ ਇਨਸਾਫ ਹੋਣਾ ਹੋਗਾ। So the coming of Christ into our world in itself is not something to celebrate. So ਪ੍ਰਭੂ ਯਿਸੂ ਮਸੀਹ ਦਾ ਦੁਨੀਆ ਵਿੱਚ ਆਇਆ ਨਾ, ਇਹਦੀ ਕੋਈ ਖੁਸ਼ੀ ਮਨਾਉਣ ਦੀ ਗੱਲ ਨਹੀਂ ਹੈਗੀ ਸਾਡੇ ਲਈ ਕੋਈ। But we do celebrate, don't we? ਅਸੀਂ ਮਨਾਉਂਦੇ ਆ। Because his coming is not to condemn us but to save us. ਕਿਉਂਕਿ ਪ੍ਰਭੂ ਦਾ ਆਣਾ ਸਾਨੂੰ ਦੋਸ਼ੀ ਠਹਿਰਾਉਣ ਦੇ ਲਈ ਨਹੀਂ ਹੈਗਾ, ਬਲਕਿ ਸਾਨੂੰ ਬਚਾਉਣ ਦੇ ਲਈ ਹੈਗਾ। This is the wonderful good news about Jesus. ਇਹ ਪ੍ਰਭੂ ਯਿਸੂ ਮਸੀਹ ਦੀ ਖੁਸ਼ਖਬਰੀ ਹੈਗੀ ਆ। In Christ, God has come to us ਪ੍ਰਭੂ so that ਯਿਸੂ we ਮਸੀਹ can ਦੇ come ਵਿੱਚ to him. ਪ੍ਰਭੂ ਯਿਸੂ ਮਸੀਹ ਦੇ ਪਰਮੇਸ਼ਰ ਸਾਡੇ ਕੋਲ ਉਤਰ ਕੇ ਆਏ ਹੈਗੇ ਆ ਤਾਂ ਕਿ ਅਸੀਂ ਉਹਦੇ ਕਰੀਬ ਆਈਏ। So let's just stop and appreciate how wonderful that is. ਇੱਥੇ ਰੁਕੋ ਔਰ ਇਸ ਗੱਲ ਦਾ ਅਹਿਸਾਸ ਕਰੋ ਕਿ ਕਿੰਨੀ ਸੋਹਣੀ ਗੱਲ ਹੈਗੀ ਇਹ। The holy, almighty creator of the world invites sinful people like you and me to come to him. ਦੁਨੀਆ ਦਾ ਕਦੂਸ ਪਵਿੱਤਰ ਪਰਮੇਸ਼ਰ ਬਣਾਉਣ ਵਾਲਾ ਉਹ ਸਾਨੂੰ ਜਿਹੜੇ ਬਣਾਏ ਹੋਏ ਹੈਗੇ ਆ, ਉਹਨਾਂ ਨੂੰ ਸੱਦਾ ਦਿੰਦਾ ਕਿ ਤੁਸੀਂ ਪਾਪੀਓ ਮੇਰੇ ਕੋਲ ਆਓ। This is wonderful good news. ਕਿੰਨੀ ਸੋਹਣੀ ਖੁਸ਼ਖਬਰੀ ਹੈਗੀ ਇਹ। Especially when you read it in the context of the whole Bible. ਖਾਸ ਕਰ ਜਦੋਂ ਅਸੀਂ ਸਾਰੀ ਬਾਈਬਲ ਨੂੰ ਦੇਖਦੇ ਹੈਗੇ ਆ ਉਹਦੇ ਅਨੁਸਾਰ। At the beginning of the Bible, in the book of Genesis, we read about how human race fell into sin. ਉਤਪਤੀ ਵਿੱਚ ਅਸੀਂ ਪੜ੍ਹਦੇ ਹਾਂ ਕਿਸ ਤਰ੍ਹਾਂ ਇਨਸਾਨੀਅਤ ਆਦਮਜ਼ਾਦ ਜਿਹੜਾ ਹੈਗਾ ਕਿਸ ਤਰ੍ਹਾਂ ਉਹ ਪਾਪ ਦੇ ਵਿੱਚ ਰਹਿ ਗਿਆ। And we come across this phrase, east of Eden. ਅਸੀਂ ਦੇਖਦੇ ਹਾਂ ਕਿ ਬਾਗੇ ਅਦਨ ਦੇ ਪੂਰਬੀ ਪਾਸੇ। East of Eden, it refers to that judgment of God in Genesis chapter 4. ਉਤਪਤੀ 4 ਦੇ ਜਿਹੜਾ ਪ੍ਰਭੂ ਦਾ ਇਨਸਾਫ ਹੈਗਾ ਉਹਦੇ ਬਾਰੇ ਇਸ ਗੱਲ ਦਾ ਬਿਆਨ ਹੈਗਾ। When Cain was banished from God's presence, he was sent to live east of Eden. ਕਾਇਨ ਨੂੰ ਜਦੋਂ ਪ੍ਰਭੂ ਦੀ ਹਜ਼ੂਰੀ ਚੋਂ ਜਦੋਂ ਬਾਹਰ ਕੱਢ ਦਿੱਤਾ ਔਰ ਉਹਨੂੰ ਅਦਨ ਤੋਂ ਬਾਗੇ ਅਦਨ ਤੋਂ ਬਾਹਰ ਭੇਜ ਦਿੱਤਾ ਉੱਤਰੀ ਪਾਸੇ ਕਿ ਤੂੰ ਦੂਰ ਚਲਾ ਜਾ। Eden was the garden paradise where Adam and Eve enjoyed God's presence. ਬਾਗੇ ਅਦਨ ਜਿਹੜਾ ਸੀਗਾ ਉਹ ਜੰਨਤ ਸੀਗੀ ਜਿੱਥੇ ਆਦਮ ਤੇ ਹਵਾ ਪਰਮੇਸ਼ਰ ਦੀ ਹਜ਼ੂਰੀ ਦਾ ਆਨੰਦ ਉਹਦਾ ਲੁਤਫ ਉਠਾਉਂਦੇ ਸੀਗੇ। But ever since their fall into sin, the human race have been separated from God by nature. ਜਦ ਦੇ ਡਿੱਗੇ ਉਹ ਪਾਪ ਦੇ ਵਿੱਚ ਉਸ ਸਮੇਂ ਤੋਂ ਲੈ ਕੇ ਆਦਮਜ਼ਾਦ ਜਿਹੜਾ ਹੈਗਾ ਇਨਸਾਨੀਅਤ ਜਿਹੜੀ ਹੈਗੀ ਆ ਉਹ ਪਰਮੇਸ਼ਰ ਦੀ ਹਜ਼ੂਰੀ ਤੋਂ ਮਹਿਰੂਮ ਹੋ ਗਏ। In those early chapters of
Genesis, it's as though God effectively said to our ancestors, "Depart from me." ਉਤਪਤੀ ਦੇ ਸ਼ੁਰੂ ਵਿੱਚ ਕੀ ਪੜ੍ਹਦੇ ਹੈਗੇ ਆ ਕਿ ਪਰਮੇਸ਼ਵਰ ਨੇ ਸਾਡੇ ਪੁਰਖਾਵਾਂ ਨੂੰ ਕਿਹਾ ਕਿ ਤੁਸੀਂ ਮੇਰੇ ਤੋਂ ਦੂਰ ਹੋ ਜਾਓ। Being separated from God is the essence of God's judgment. ਪਰਮੇਸ਼ਵਰ ਦਾ ਦੂਰ ਹੋ ਜਾਣਾ ਇਹ ਪਰਮੇਸ਼ਵਰ ਦਾ ਕ੍ਰੋਧ ਹੈਗਾ ਸਾਡੇ ਉੱਤੇ। Being far from God, alienated from him, strangers to him, that is the worst possible place to be. ਸਭ ਤੋਂ ਪ੍ਰਭੂ ਤੋਂ ਦੂਰ ਹੋ ਜਾਣਾ, ਪ੍ਰਭੂ ਤੋਂ ਇੱਕ ਪਾਸੇ ਅਲੱਗ ਹੋ ਕੇ ਉਹ ਸਾਡੀ ਬਾਤ ਨਹੀਂ ਪੁੱਛਦਾ ਹੈਗਾ, ਇਹ ਸਭ ਤੋਂ ਭੈੜੀ ਜਗ੍ਹਾ ਹੈਗੀ ਇਨਸਾਨ ਦੇ ਲਈ ਜਿੱਥੇ ਹੋ ਸਕਦਾ ਹੈਗਾ। And if that was the end of the story, we would be without hope. ਇੱਥੇ ਖਤਮ ਹੋ ਜਾਂਦੀ ਤੇ ਅਸੀਂ ਬੇਆਸ ਹੋਣਾ ਸੀਗਾ, ਦੁਨੀਆ ਦੇ ਵਿੱਚ ਕੋਈ ਆਸ ਨਹੀਂ ਹੋਣੀ ਸੀ ਸਾਡੇ ਕੋਲ। But praise God, that isn't the end of the story. ਪ੍ਰਭੂ ਦਾ ਧੰਨਵਾਦ ਹੋਵੇ ਕਿ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਹੈਗੀ। God didn't leave mankind banished from his presence forever. ਪਰਮੇਸ਼ਵਰ ਨੇ ਹਮੇਸ਼ਾ ਦੇ ਲਈ ਇਨਸਾਨੀਅਤ ਨੂੰ, ਆਦਮਜ਼ਾਦ ਨੂੰ ਆਪਣੀ ਹਜ਼ੂਰੀ ਤੋਂ ਬਾਹਰ ਕੱਢ ਕੇ ਇੱਕ ਪਾਸੇ ਨਹੀਂ ਰਹਿਣ ਦਿੱਤਾ। He found a way to save us and to restore our relationship with him. ਪਰਮੇਸ਼ਵਰ ਨੇ ਰਾਹ ਲੱਭਿਆ ਕਿੱਦਾਂ ਸਾਨੂੰ ਉਹ ਮੁੜ ਕੇ ਆਪਣੇ ਕੋਲ ਲੈ ਕੇ ਆ ਸਕਦਾ ਹੈਗਾ, ਕਿੱਦਾਂ ਸਾਡੇ ਟੁੱਟੇ ਹੋਏ ਰਿਸ਼ਤੇ ਨੂੰ ਮੁੜ ਕੇ ਜੋੜ ਸਕਦਾ ਹੈਗਾ। This is the story of the Bible. ਇਹ ਬਾਈਬਲ ਦੀ ਕਹਾਣੀ ਆ। And we get glimpses into this salvation whenever God invites us. ਜਦੋਂ ਪ੍ਰਭੂ ਸਾਨੂੰ ਸਦਾ ਦਿੰਦੇ ਆ ਤੇ ਸਾਨੂੰ ਝਲਕੀ ਮਿਲਦੀ ਹੈਗੀ ਥੋੜੀ ਇਸ ਮੁਕਤੀ ਦੀ, ਇਸ ਮਹਾਨ ਮੁਕਤੀ ਦੇ ਬਾਰੇ ਸਾਨੂੰ ਪ੍ਰਭੂ ਦਿਖਾਲਦੇ ਆ। One key passage is in Isaiah chapter 55. ਇਸ਼ਾਇਆ 55 ਦੇ ਵਿੱਚ ਇੱਕ ਅਹਿਮ ਆਇਤ ਹੈਗੀ ਇਸ ਗੱਲ ਦੇ ਬਾਰੇ। In Isaiah chapter 55, God says, "Come, all who are thirsty, come to the waters." ਇਸ਼ਾਇਆ 55 ਪ੍ਰਭੂ ਕਹਿੰਦੇ ਆ ਕਿ ਆਓ ਜਿਹੜੇ ਸਾਰੇ ਤੁਸੀਂ ਪਿਆਸੇ ਹੈਗੇ ਆ, ਆਓ ਤੁਸੀਂ ਸੋਤੇ ਦੇ ਕੋਲ। Come to me that you may live. ਆਓ ਤੁਸੀਂ ਮੇਰੇ ਕੋਲ ਤਾਂ ਕਿ ਤੁਸੀਂ ਜੀ ਸਕੋ। Seek the Lord while he may be found. ਪ੍ਰਭੂ ਨੂੰ ਭਾਲੋ ਜਿੰਨਾ ਚਿਰ ਉਹ ਲੱਭ ਸਕਦਾ ਹੈਗਾ। Call on him while he is near. ਜਿੰਨਾ ਚਿਰ ਨਜ਼ਦੀਕ ਹੈਗਾ ਉਹਦਾ ਨਾਮ ਬੁਲਾ ਕੇ ਉਹਨੂੰ ਸੱਦਾ ਦਿਓ। Let the wicked forsake their ways. ਦੁਸ਼ਟ ਆਪਣੇ ਰਾਹ ਤਿਆਗ ਦੇਣ। Let them turn to the Lord and he will have mercy on them. ਪ੍ਰਭੂ ਵੱਲ ਮੁੜੋ ਨਾ ਹੋ ਔਰ ਪ੍ਰਭੂ ਉਹਨਾਂ ਉੱਤੇ ਦਇਆ ਕਿਰਪਾ ਕਰੂਗਾ। So can you see Jesus' invitation to come to him echoes that promise in Isaiah. ਦੇਖ ਸਕਦੇ ਕਿ ਪ੍ਰਭੂ ਨੇ ਜਿਹੜਾ ਸੱਦਾ ਦਿੱਤਾ ਹੈਗਾ ਮਤੀ ਦੇ ਵਿੱਚ, ਉਹ ਬਿਲਕੁਲ ਉਹੀ ਸੱਦਾ ਹੈਗਾ ਜਿਹੜਾ ਅਸੀਂ ਇਸ਼ਾਇਆ ਦੇ 55 ਵਿੱਚ ਪੜ੍ਹਦੇ ਹਾਂ। Jesus is God in the flesh calling us to come to him. ਪ੍ਰਭੂ ਯਿਸੂ ਮਸੀਹ ਪਰਮੇਸ਼ਵਰ ਹੈਗਾ ਜਿਹੜਾ ਦੇਹ ਧਾਰੀ ਹੋ ਕੇ ਆਇਆ ਔਰ ਸਾਨੂੰ ਸੱਦਾ ਦਿੰਦਾ ਕਿ ਮੇਰੇ ਕੋਲ ਆ ਜਾਓ। He's not simply calling us to come to a set of beliefs. ਪ੍ਰਭੂ ਇਹ ਨਹੀਂ ਕਹਿ ਰਿਹਾ ਕਿ ਕੁਝ ਵਿਸ਼ਵਾਸੀ ਦੀ ਗੱਲਾਂ ਦੇ ਵਿੱਚ ਤੁਸੀਂ ਆ ਜਾਓ। He's not simply calling us to come to church. ਨਾ ਸਿਰਫ ਪ੍ਰਭੂ ਕਹਿੰਦੇ ਕਿ ਤੁਸੀਂ ਚਰਚ ਆਇਆ ਕਰੋ। He's calling us to come to him. ਪ੍ਰਭੂ ਕਹਿੰਦੇ ਆ ਕਿ ਮੇਰੇ ਕੋਲ ਆਓ। So let us not ignore or reject this invitation. ਇਸ ਸੱਦੇ ਨੂੰ ਨਾ ਅਸੀਂ ਹਉ ਪਰੇ ਕਰੀਏ, ਨਾ ਦਰਗੁਜ਼ਰ ਕਰੀਏ, ਨਾ ਅਸੀਂ ਅਣਸੁਣਾ ਕਰੀਏ। Let us accept it with ਕਬੂਲ ਕਰੋ। gratitude while we can. ਕਬੂਲ ਕਰੋ ਜਿੰਨੇ ਚਿਰ ਪ੍ਰਭੂ ਸਾਦਾ ਹੈਗਾ, ਪ੍ਰਭੂ ਦੇ ਕੋਲ ਆਓ, ਸੰਗਤੀ ਕਰੋ। Because a day is coming when Christ will return. ਇੱਕ ਦਿਨ ਆਉਣ ਵਾਲਾ ਹੈਗਾ ਜਦੋਂ ਪ੍ਰਭੂ ਯਿਸੂ ਮਸੀਹ ਵਾਪਸ ਆਉਗੇ। And then it will be too late to accept this invitation. ਉਸ ਵੇਲੇ ਫਿਰ ਇਹ ਸੱਦੇ ਨੂੰ ਕਬੂਲ ਕਰਨ ਦੇ ਲਈ ਬਹੁਤ ਸਮਾਂ ਬੀਤ ਜਾਣਾ। So can I urge you, if you've never come to Christ, that you do so today. ਤੁਹਾਡੇ ਅੱਗੇ ਮਿਹਨਤ ਕਰਦੇ ਹਾਂ ਕਿ ਜੇ ਤੁਸੀਂ ਪ੍ਰਭੂ ਯਿਸੂ ਮਸੀਹ ਕੋਲ ਨਹੀਂ ਆਏ ਹਜੇ ਤੱਕ, ਅੱਜ ਆਓ, ਅੱਜ ਦਿਨ ਹੈਗਾ ਪ੍ਰਭੂ ਦੇ ਕੋਲ ਆਉਣ ਦਾ। You can pray to him right now in the quietness of your hearts. ਤੁਸੀਂ ਹੁਣੇ ਹੀ ਘਰ ਬੈਠੇ ਆਪਣੇ ਦਿਲ ਦੇ ਵਿੱਚ ਇਕਾਂਤ ਤੇ ਤੁਸੀਂ ਹੁਣੇ ਘਰ ਬੈਠੇ ਪ੍ਰਾਰਥਨਾ ਕਰ ਸਕਦੇ ਕਿ ਪ੍ਰਭੂ ਮੇਰੇ ਦਿਲ 'ਚ ਆ। You can say, Lord Jesus, I want to accept your invitation. ਤੁਸੀਂ ਕਹਿ ਸਕਦੇ ਕਿ ਪ੍ਰਭੂ ਯਿਸੂ ਮਸੀਹ ਮੈਂ ਤੁਹਾਡੇ ਸੱਦੇ ਨੂੰ ਦਿਲੋਂ ਕਬੂਲ ਕਰਦਾ। I want to come to you and be reconciled to you. ਪ੍ਰਭੂ ਮੈਂ ਤੁਹਾਡੇ ਕੋਲ ਆ ਕੇ ਤੁਹਾਡੇ ਨਾਲ ਮਿਲਾਪ ਕਰਨਾ ਚਾਹੁੰਦਾ ਹੈਗਾ। I want to know your forgiveness. ਪ੍ਰਭੂ ਮੈਂ ਤੁਹਾਡੀ ਮੁਆਫੀ ਨੂੰ ਜਾਣਨਾ ਚਾਹੁੰਦਾ ਹੈਗਾ। Please forgive me, Lord. ਪ੍ਰਭੂ ਮੈਨੂੰ ਮਾਫ ਕਰੋ। And if you have come to Jesus, ਜੇ ਤੁਸੀਂ ਪ੍ਰਭੂ ਕੋਲ ਆ ਗਏ ਹੈਗੇ ਆ, if you've come to him for salvation, ਜੇ ਅਸੀਂ ਪ੍ਰਭੂ ਦੇ ਕੋਲ ਤੁਸੀਂ ਜੇ ਮੁਕਤੀ ਪਾਉਣ ਲਈ ਆ ਗਏ ਹੈਗੇ ਆ, then keep coming to him every day.
ਤਾਂ ਹਰ ਰੋਜ਼ ਆਈ ਜਾਓ ਪ੍ਰਭੂ ਦੇ ਕੋਲ। He's your loving Saviour. ਉਹ ਤੁਹਾਡਾ ਮੁਬਾਰਕ ਮੁਕਤੀ ਦਾਤਾ ਹੈਗਾ। He wants that communion, that relationship with you. ਪ੍ਰਭੂ ਚਾਹੁੰਦਾ ਉਹ ਰਿਸ਼ਤਾ ਤੁਹਾਡੇ ਨਾਲ ਰੱਖਣਾ। We are like sheep. We often go astray. ਅਸੀਂ ਭੇਡਾਂ ਵਾਂਗਰ ਹੈਗੇ ਆ, ਅਸੀਂ ਭਟਕ ਜਾਂਦੇ ਆ। And we need to hear the voice of our good shepherd, ਜ਼ਰੂਰ ਹੈ ਕਿ ਅਸੀਂ ਆਪਣੇ ਚਰਵਾਹੇ ਦੀ ਆਵਾਜ਼ ਨੂੰ ਸੁਣੀ ਜਾਈਏ। calling us every day to come to him, ਪ੍ਰਭੂ ਹਰ ਰੋਜ਼ ਸਾਨੂੰ ਬੁਲਾਉਂਦੇ ਆ ਕਿ ਮੇਰੇ ਕੋਲ ਆ ਜਾਓ। to draw near to him and walk closely with him. ਅਸੀਂ ਪ੍ਰਭੂ ਦੇ ਨਜ਼ਦੀਕ ਆਈਏ, ਅਸੀਂ ਉਹਦੇ ਨਾਲ ਨਾਲ ਚੱਲੀਏ। So that's the first lesson here in this passage. Come to Jesus. ਇਹ ਪਹਿਲਾ ਸਬਕ ਹੈ ਕਿ ਸਾਡੇ ਵਿੱਚ ਪ੍ਰਭੂ ਕਹਿੰਦੇ ਆ ਕਿ ਤੁਸੀਂ ਮੇਰੇ ਕੋਲ ਆਓ। The second lesson in this passage is that if we do come to Jesus, we will find rest for our soul. ਦੂਸਰਾ ਸਬਕ ਹੈ ਕਿ ਅਸੀਂ ਜੇ ਪ੍ਰਭੂ ਕੋ ਆਵਾਂਗੇ ਤਾਂ ਅਸੀਂ ਆਪਣੀ ਜਾਨਾਂ ਦੇ ਲਈ ਆਰਾਮ ਪਾਵਾਂਗੇ। Jesus doesn't invite those who are self-satisfied to come to him. ਪ੍ਰਭੂ ਉਹਨਾਂ ਨੂੰ ਨਹੀਂ ਸਾਧਦੇ ਹੈਗੇ ਜਿਹੜੇ ਆਪਣੇ ਆਪ ਵਿੱਚ ਕਹਿੰਦੇ ਆ ਕਿ ਮੈਂ ਤੇ ਆਪਣੇ ਆਪ ਵਿੱਚ ਠੀਕ ਹੈਗਾ, ਮੈਂ ਤੇ ਤ੍ਰਿਪਤ ਹੈਗਾ ਆਪਣੇ ਆਪ ਦੇ ਵਿੱਚ। He invites those who are weary. ਉਹਨਾਂ ਨੂੰ ਸਾਧਦੇ ਆ ਪ੍ਰਭੂ ਜਿਹੜੇ ਲੋਕੀ ਥੱਕੇ ਮਨ ਦੇ ਹੈਗੇ ਆ। And the context here is it's not so much about being physically weary. ਇੱਥੇ ਮਜ਼ਮੂਨ ਕੀ ਹੈਗਾ, ਇਹ ਨਹੀਂ ਕਿ ਜਿਸਮ ਦੇ ਵਿੱਚ ਥੱਕੇ ਹੈਗੇ ਆ, It's about those who are spiritually weary. ਰੂਹ ਦੇ ਵਿੱਚ ਜਿਹੜੇ ਥੱਕੇ ਹੋਏ ਆ। He says, come to me and you will find rest for your soul. ਪ੍ਰਭੂ ਕਹਿੰਦੇ ਮੇਰੇ ਕੋਲ ਆਓ ਤੇ ਤੁਸੀਂ ਕੀ ਆਪਣੀ ਜਾਨਾਂ ਦੇ ਲਈ ਆਰਾਮ ਪਾਓਗੇ। At the time of Jesus, many people were weary and burdened by the religion of the Pharisees. ਪ੍ਰਭੂ ਯਿਸੂ ਮਸੀਹ ਦੇ ਦਿਨਾਂ ਵਿੱਚ ਬਹੁਤ ਸਾਰੇ ਲੋਕੀ ਜਿਹੜੇ ਸੀਗੇ ਉਹ ਬੜੇ ਥੱਕੇ ਸੀਗੇ, ਮੰਨਦੇ ਸੀਗੇ, ਕਿਉਂ? ਧਰਮ ਦੇ ਕਰਕੇ ਔਰ ਜਿਹੜੇ ਫਰੀਸੀ ਲੋਕਾਂ ਦੇ ਕਰਕੇ। Their view of how we can be accepted by God was a crushing burden that was impossible to carry. ਉਹਨਾਂ ਨੇ ਜੋ ਦੱਸਿਆ ਗਿਆ ਸੀਗਾ ਕਿ ਕਿੱਦਾਂ ਤੁਹਾਨੂੰ ਪ੍ਰਭੂ ਕਬੂਲ ਕਰ ਸਕਦਾ ਹੈਗਾ, ਉਹ ਉਹਨਾਂ ਦੇ ਬੋਝ ਬਣ ਕੇ ਰਹਿ ਗਿਆ ਸੀਗਾ। ਉਹ ਕੁਚਲੇ ਜਾ ਚੁੱਕੇ ਸੀਗੇ ਕਿ ਇੰਨੇ ਰੀਤੀ ਰਿਵਾਜ ਸੀਗੇ ਉਹਨਾਂ ਕੋਲ ਹੁੰਦੇ ਨਹੀਂ ਸੀਗੇ ਪੂਰੇ। They taught people that they had to earn God's forgiveness and favor by their good works. ਇਹ ਲੋਕੀ ਕੀ ਕਹਿੰਦੇ ਸੀਗੇ ਕਿ ਤੁਸੀਂ ਅੱਛੇ ਕੰਮ ਕਰਕੇ, ਚੰਗੇ ਕੰਮ ਕਰਕੇ ਤੁਸੀਂ ਪਰਮੇਸ਼ਰ ਦੀ ਖੁਸ਼ੀ ਨੂੰ ਪ੍ਰਾਪਤ ਕਰ ਸਕਦੇ ਹੈਗੇ ਆ, ਤੁਸੀਂ ਪਰਮੇਸ਼ਰ ਦੀ ਮੁਆਫੀ ਨੂੰ ਕਬੂਲ ਕਰ ਸਕਦੇ ਹੈਗੇ ਆ। To those who were humble and conscious of their sin, it offered no comfort, only guilt and condemnation. ਜਿਹੜੇ ਲੋਕੀ ਥੱਕੇ ਹੋਏ ਸੀਗੇ, ਜਿਹੜੇ ਲੋਕੀ ਸਧਾਰਨ ਲੋਕ ਸੀਗੇ, ਉਹ ਲੋਕੀ ਕਹਿੰਦੇ ਕਿ ਅਸੀਂ ਤਾਂ ਇੰਨੇ ਪਾਪ ਦੇ ਥੱਲੇ ਦੱਬੇ ਹੋਏ ਹੈਗੇ ਆ, ਅਸੀਂ ਕੋਈ ਕਰੇ ਨਹੀਂ ਸਕਦੇ ਹੈਗੇ ਕਿ ਪ੍ਰਭੂ ਸਾਨੂੰ ਕਬੂਲ ਕਰੇ। And that was why Jesus rebuked the Pharisees in Matthew 23. ਇਸ ਕਰਕੇ ਮਤੀ 23 ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਫਰੀਸੀਆਂ ਨੂੰ ਝਿੜਕਿਆ ਸੀਗਾ। They were weighing people down, burdening people with their legalistic religion. ਪ੍ਰਭੂ ਕਹਿੰਦੇ ਤੁਸੀਂ ਆਪਣੇ ਕਾਇਦੇ ਕਾਨੂੰਨਾਂ ਦੇ ਨਾਲ, ਫਰੀਸੀਆਂ ਨੂੰ ਕਹਿੰਦੇ ਤੁਸੀਂ ਆਪਣੇ ਕਾਇਦੇ ਕਾਨੂੰਨਾਂ ਦੇ ਨਾਲ ਇਹਨਾਂ ਲੋਕਾਂ ਉੱਤੇ ਬੋਝ ਰੱਖ ਦਿੰਦੇ ਹੈਗੇ ਆ ਕਿ ਲੋਕੀ ਉਸ ਬੋਝ ਥੱਲੇ ਨਿਕਲ ਨਹੀਂ ਸਕਦੇ ਹੈਗੇ। Jesus said they tie up heavy, cumbersome loads and put them on other people's shoulders. ਪ੍ਰਭੂ ਕਹਿੰਦੇ ਕਿ ਇਹ ਫਰੀਸੀ ਕੀ ਆਦੇ ਬੋਝ ਲੈ ਕੇ ਲੋਕਾਂ ਉੱਤੇ ਲੱਦ ਦਿੰਦੇ ਹੈਗੇ ਕਿ ਉਹ ਬੋਝ ਥੱਲੇ ਨਿਕਲ ਨਾ ਸਕਣ। But they themselves are not willing to lift a finger to move them. ਖੁਦ ਆਪ ਤਾਂ ਉਹ ਉਂਗਲੀ ਨਹੀਂ ਉਠਾ ਕੇ ਇਹਨਾਂ ਬੋਝਾਂ ਨੂੰ ਚੁੱਕਣਾ ਚਾਹੁੰਦੇ ਹੈਗੇ, ਪਰ ਲੋਕਾਂ ਉੱਤੇ ਬੋਝ ਲੱਦ ਦਿੰਦੇ ਆ। So Jesus invites those who are weary and weighed down with guilt to come to him. ਸੋ ਜਿਹੜੇ ਬੋਝ ਥੱਲੇ ਦੱਬੇ ਹੈਗੇ ਆ, ਜਿਹੜੇ ਕੁਛ ਲਿਆ ਕਿ ਤੁਸੀਂ ਮੇਰੇ ਕੋਲ ਆ ਜਾਓ, ਮੈਂ ਤੁਹਾਨੂੰ ਆਰਾਮ ਦਊਂਗਾ। To come to him to find rest for their souls. ਪ੍ਰਭੂ ਕਹਿੰਦੇ ਮੇਰੇ ਕੋਲ ਆਇਓ ਤੇ ਮੈਂ ਤੁਹਾਡੀਆਂ ਜਾਨਾਂ ਨੂੰ, ਤੁਹਾਡੀਆਂ ਰੂਹਾਂ ਨੂੰ ਜਿਹੜੀ ਥੱਕੀਆਂ ਹੈਗੀਆਂ ਆਰਾਮ ਦਊਂਗਾ। Jesus is not asking for anything from us. ਪ੍ਰਭੂ ਸਾਡੇ ਕੋਲ ਕੋਈ ਮੰਗਦੇ ਨਹੀਂ ਹੈਗੇ। He is offering to give us this free gift of his rest. ਪ੍ਰਭੂ ਸਾਨੂੰ ਆਪਣੇ ਆਰਾਮ ਦੀ ਜਿਹੜਾ ਮੁਫਤ ਤੋਹਫਾ ਹੈਗਾ ਉਹ ਸਾਨੂੰ ਬਖਸ਼ਦੇ ਆ। And again, we see how Jesus is fulfilling the Old Testament prophecies about the Messiah. ਦੇਖਦੇ ਹਾਂ ਕਿ ਮਸੀਹਾ ਦੇ ਬਾਰੇ ਪ੍ਰਭੂ ਯਿਸੂ ਮਸੀਹ ਕਿਸ ਤਰ੍ਹਾਂ ਪੁਰਾਣੇ ਨੇਮ ਦੇ ਨਬੂਵਤਾਂ ਨੂੰ ਪੂਰਾ ਕਰਦੇ ਆ। This offer of rest for our souls, it echoes the prophets of old. ਸਾਡੇ ਰੂਹਾਂ ਦੇ ਲਈ ਜਿਹੜੀ ਆਰਾਮ ਦੀ ਗੱਲ ਕਰਦੇ ਆ ਪ੍ਰਭੂ, ਉਹ ਪੁਰਾਣੇ ਜਿਹੜੇ ਨਬੀ ਜਿਹੜੇ ਫਰਮਾਗੇ ਹੈਗੇ ਆ ਉਹਨਾਂ ਦੀਆਂ ਗੱਲਾਂ ਨੂੰ ਦੁਹਰਾਉਂਦੇ ਆ। So for example, in Jeremiah chapter 6, we read these words. ਮਿਸਾਲ ਦੇ ਤੌਰ ਤੇ ਯਰਮੀਆ 6 ਦੇ ਵਿੱਚ ਅਸੀਂ ਇਹਨਾਂ ਲਫ਼ਜ਼ਾਂ ਨੂੰ ਪੜ੍ਹਦੇ ਹਾਂ। Jeremiah chapter 6 verse 16, where God is speaking about the new covenant. ਯਰਮੀਆ 6:16 ਦੇ ਵਿੱਚ ਜਿੱਥੇ ਕਿ ਨਬੀ ਜਿਹੜਾ ਹੈਗਾ ਉਹ ਅਹਿਦ ਬਾਰੇ ਗੱਲ ਕਰਦਾ ਹੈਗਾ। This is what the Lord says.
परमेश्वर की फरमाता, Stand at the crossroads and look. खुदावंद यूं फरमाता है कि रास्तों पर खड़े हो और देखो, Ask for the ancient paths. Ask where the good way is. और पुराने रास्तों की बाबत पूछो कि अच्छी राह कहाँ है। Walk in it and you will find rest for your souls. उसी पर चलो और तुम्हारी जान राहत पाएगी। And then a bit further on in Jeremiah chapter 31, we have the same kind of language repeated. ਅੱਗੇ ਚੱਲ ਕੇ ਯਰਮੀਆ 31 ਦੇ ਵਿੱਚ ਉਹੀ ਭਾਸ਼ਾ ਜਿਹੜੀ ਹੈਗੀ ਅਸੀਂ ਪੜ੍ਹਦੇ ਹਾਂ। Jeremiah 31 verse 23. ਯਰਮੀਆ 31 ਚੈਪਟਰ 23 ਆਇਤ। This is what the Lord Almighty, the God of Israel, says. रब्बुल अफ़ाज़ फरमाते हैं, When I bring them back from captivity, कि जब मैं उनको असीरी से वापस लाऊंगा, I will refresh the weary and satisfy the faint. तो मैं ਜਿਹੜੇ ਦਿਲ ਦੇ ਜਿਹੜੇ ਹਲੀਮ ਹੈਗੇ ਆ, ਜਿਹੜੇ ਥੱਕੇ ਹੈਗੇ ਆ, ਜਿਹੜੇ ਮਸਕੀਨ ਹੈਗੇ ਆ, ਉਹਨਾਂ ਦੀ ਜਾਨਾਂ ਨੂੰ ਆਰਾਮ ਦਊਂਗਾ। These prophecies, they point forward to that rest that God would give to his people in Jesus. ਇਹ ਨਬੂਵਤਾਂ ਉਹਨਾਂ ਵੱਲ ਇਸ਼ਾਰਾ ਕਰਦੀਆਂ ਹੈਗੀਆਂ, ਆਉਣ ਵਾਲੇ ਮਸੀਹਾ ਵੱਲ, ਪ੍ਰਭੂ ਯੀਸ਼ੂ ਮਸੀਹ ਵੱਲ, ਜਿਹਨੇ ਆਪਣੇ ਲੋਕਾਂ ਨੂੰ ਆਰਾਮ ਦਿੱਤਾ। It is rest for our souls. ਸਾਡੀ ਰੂਹਾਂ ਦੇ ਲਈ ਪ੍ਰਭੂ ਨੇ ਆਰਾਮ ਦਿੱਤਾ। This is good news this morning. ਅੱਜ ਸਵੇਰ ਦੇ ਲਈ ਇਹ ਖੁਸ਼ਖਬਰੀ ਹੈ ਕਿ ਸਾਡੇ ਲਈ We don't have to try and earn our way into God's good books. ਸਾਨੂੰ ਕੋਸ਼ਿਸ਼ ਨਹੀਂ ਕਰਨੀ ਪੈਂਦੀ ਮਿਹਨਤ ਕਰਕੇ ਕਿ ਅਸੀਂ ਪਰਮੇਸ਼ਰ ਦੇ ਅੱਗੇ ਆਪਣੇ ਆਪ ਨੂੰ ਅੱਛੇ ਬਣਾਉਣ ਦੀ ਕੋਸ਼ਿਸ਼ ਕਰੀਏ। He offers us the free forgiveness of all of our sins. ਪ੍ਰਭੂ ਯਿਸੂ ਮਸੀਹ ਸਾਡੇ ਸਾਰਿਆਂ ਪਾਪਾਂ ਦੇ ਲਈ ਮੁਫਤ ਮੁਆਫੀ ਬਖਸ਼ਦੇ ਆ। He offers it to us through the sacrifice of Christ on the cross for our sins. ਪਿਤਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੀ ਸਲੀਬੀ ਕੁਰਬਾਨੀ ਦੇ ਸਦਕੇ ਸਾਨੂੰ ਸਾਡੇ ਸਾਰਿਆਂ ਪਾਪਾਂ ਤੋਂ ਮੁਆਫੀ ਬਖਸ਼ਦੇ ਆ। But that raises an important question for us. ਇਹ ਤਾਂ ਫਿਰ ਇੱਕ ਸਵਾਲ ਪੈਦਾ ਹੁੰਦਾ, If I come to Jesus and have this rest that he promises to me, ਜੇ ਮੈਂ ਪ੍ਰਭੂ ਕੋਲ ਆ ਕੇ ਉਸ ਆਰਾਮ ਨੂੰ ਲਵਾਂ ਜਿਹਦਾ ਆਰਾਮ ਦੇ ਬਾਰੇ ਪ੍ਰਭੂ ਯਿਸੂ ਮਸੀਹ ਨੇ ਮੈਨੂੰ ਵਾਅਦਾ ਕੀਤਾ ਹੈਗਾ, if I accept his free forgiveness for all my sins, ਜੇ ਮੈਂ ਪ੍ਰਭੂ ਯਿਸੂ ਮਸੀਹ ਦੀ ਮੁਫਤ ਮੁਆਫੀ ਨੂੰ ਕਬੂਲ ਕਰਾਂ ਆਪਣੇ ਸਾਰਿਆਂ ਪਾਪਾਂ ਦੇ ਲਈ ਜਿਹੜੇ ਉਹਨਾਂ ਨੇ ਕਿਹਾ ਹੈਗਾ, does that mean I'm now free to live exactly as I please? ਕੀ ਫਿਰ ਮਤਲਬ ਇਹ ਹੈ ਕਿ ਹੁਣ ਮੈਂ ਮੁਆਫੀ ਪਾ ਕੇ ਹੁਣ ਜਿੱਦਾਂ ਮੇਰਾ ਦਿਲ ਕਰਦਾ ਉੱਦਾਂ ਮੈਂ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਦੇ ਅਨੁਸਾਰ ਜੀਵਾਂ? No, of course not. That would be to abuse God's kindness to us. ਨਹੀਂ, ਬਿਲਕੁਲ ਨਹੀਂ। ਇਹਦੇ ਨਾਲ ਅਸੀਂ ਪਰਮੇਸ਼ਰ ਦੀ ਦਇਆ ਦੀ, ਉਹਦੀ ਕਿਰਪਾ ਦੀ ਬੇਕਦਰੀ ਕਰਦੇ ਹਾਂ, ਬੇਹੁਰਮਤੀ ਕਰਦੇ ਹਾਂ। And we see that in the way Jesus qualifies this offer of rest. ਅਸੀਂ ਦੇਖਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਕਿਸ ਤਰ੍ਹਾਂ ਸਾਨੂੰ ਕਹਿੰਦੇ ਹੈਗੇ ਆ ਕਿ ਆਰਾਮ ਸਾਨੂੰ ਕਿੱਦਾਂ ਮਿਲ ਸਕਦਾ ਹੈਗਾ, ਔਰ ਅਸੀਂ ਇਸ ਆਰਾਮ ਨੂੰ ਪਾ ਕੇ ਕੀ ਕਰੀਏ। Because in verse 9, he says, take my yoke upon you and learn from me. ਉਹਨਾਂ ਤੇ ਕੀ ਕਹਿੰਦੇ ਹੈਗੇ ਆ ਕਿ ਮੇਰਾ ਜੂਆ ਆਪਣੇ ਉੱਪਰ ਉਠਾ ਲਓ ਔਰ ਮੁਝਸੇ सीखो, For my yoke is easy and my burden is light. क्योंकि मैं हलीम हूँ और दिल का फिरोतन तो तुम्हारी जानें आराम पाएंगी। So coming to Jesus and finding rest for our souls does not mean that we are free to live as we please. ਪ੍ਰਭੂ ਯਿਸੂ ਮਸੀਹ ਦੇ ਕੋਲ ਆ ਕੇ ਪਾਪਾਂ ਦੀ ਮਾਫੀ ਪਾ ਕੇ ਆਰਾਮ ਪਾ ਕੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਹੁਣ ਜਿੱਦਾਂ ਸਾਡਾ ਦਿਲ ਕਰਦਾ ਹੈਗਾ ਉਦਾਂ ਆਪਣੀ ਜ਼ਿੰਦਗੀ ਜੀਏ ਆਪਣੀ ਮਰਜ਼ੀ ਦੇ ਨਾਲ। Jesus takes away the crushing burden of legalistic religion. ਪ੍ਰਭੂ ਯਿਸੂ ਮਸੀਹ ਕਾਨੂੰਨੀ ਤੌਰ ਤੇ ਕਹਦੇ ਕਾਨੂੰਨੀ ਤੌਰ ਤੇ ਧਰਮ ਦੇ ਬੰਧਨਾਂ ਨੂੰ that heavy load of trying to earn God's acceptance through our good works. ਉਹ ਜਿਹੜਾ ਬੋਝ ਹੈਗਾ ਜਿਹੜਾ ਲੋਕੀ ਕਹਿੰਦੇ ਕਿ ਅੱਛੇ ਕੰਮ ਕਰਕੇ ਹੀ ਮੈਂ ਪ੍ਰਭੂ ਦੀ ਮਾਫੀ ਹਾਸਲ ਕਰ ਸਕਦਾ ਹੈਗਾ, ਉਸ ਬੋਝ ਨੂੰ ਪ੍ਰਭੂ ਦੂਰ ਕਰ ਦਿੰਦੇ ਆ। But that doesn't mean we can then live as we please. ਇਹਦਾ ਮਤਲਬ ਇਹ ਨਹੀਂ ਹੈਗਾ ਕਿ ਹੁਣ ਜਿੱਦਾਂ ਸਾਡਾ ਦਿਲ ਕਰਦਾ ਉਦਾਂ ਆਪਣੀ ਮਰਜ਼ੀ ਨਾਲ ਜੀਏ। If we truly know his forgiveness, then we will love the Lord Jesus. ਸੱਚੀ ਮੁੱਚੀ ਅਸੀਂ ਜੇ ਪ੍ਰਭੂ ਦੀ ਮਾਫੀ ਨੂੰ ਜਾਣ ਗਏ ਹੈਗੇ ਆ ਤੇ ਹੁਣ ਅਸੀਂ ਉਹਦੇ ਲਈ ਜੀਣਾ ਵੀ ਸਿੱਖੀਏ। We will be grateful for his grace. ਅਸੀਂ ਉਹਦੇ ਫਜ਼ਲ ਦੇ ਲਈ ਅਹਿਸਾਨਮੰਦ ਹੋਈਏ। We will want to walk in obedience to him. ਆਗਿਆਕਾਰੀ ਵਿੱਚ ਅਸੀਂ ਪ੍ਰਭੂ ਦੇ ਨਾਲ ਨਾਲ ਚੱਲਣਾ ਸਿੱਖਾਂਗੇ। Not out of guilt or fear, but out of love. ਨਾ ਡਰ ਦੇ ਵਿੱਚੋਂ ਨਾ ਬੋਝ ਦੇ ਵਿੱਚੋਂ
ਨਾ ਕਿਸੇ ਹੋਰ ਗੱਲ ਦੇ ਕਰਕੇ ਅਸੀਂ। And that is what he's getting at here by saying his yoke is easy. ਇੱਥੇ ਪ੍ਰਭੂ ਇਹੀ ਸਾਨੂੰ ਸਮਝਾਉਂਦੇ ਹੈਗੇ ਆ ਕਿ ਮੇਰਾ ਜੂਆ ਜਿਹੜਾ ਹੈਗਾ ਕਹਿੰਦੇ ਹਲਕਾ। A yoke was the name of the wooden frame that would join cattle together to help them pull a cart and go in the right direction. ਦੋ ਬਲਦਾਂ ਉੱਤੇ ਜਿਹੜਾ ਜੂਲਾ ਜਿਹੜਾ ਰੱਖਿਆ ਜਾਂਦਾ, ਜੂਆ ਜਿਹੜਾ ਰੱਖਿਆ ਜਾਂਦਾ ਲੱਕੜੀ ਦਾ, ਉਹ ਦੋਨਾਂ ਬਲਦਾਂ ਨੂੰ ਇਕੱਠੇ ਰੱਖਦਾ ਹੈਗਾ ਕਿ ਗੱਡੇ ਨੂੰ ਸਿੱਧਾ ਲੈ ਜਾਣ। And Jesus uses this as a metaphor of the Christian life. ਪ੍ਰਭੂ ਇੱਕ ਮਿਸਾਲ ਦਿੰਦੇ ਹੈਗੇ ਆ, ਵਿਸ਼ਵਾਸੀ ਜੀਵਨ ਦੀ ਤਮਸੀਲ ਦਿੰਦੇ ਆ। There is a yoke to carry, but it is relatively easy. ਇੱਕ ਜੂਆ ਹੈਗਾ ਜਿਹੜਾ ਸਾਨੂੰ ਕਿਹਾ ਜਾਂਦਾ ਚੁੱਕਣ ਦੇ ਲਈ, ਪਰ ਉਹ ਜੂਆ ਜਿਹੜਾ ਹੈਗਾ ਉਹ ਆਸਾਨ ਹੈਗਾ, ਹਲਕਾ ਹੈਗਾ। Following Jesus does call for radical discipleship. ਪ੍ਰਭੂ ਯੀਸ਼ੂ ਮਸੀਹ ਦੇ ਮਗਰ ਚੱਲਣਾ ਇਹਦੇ ਲਈ ਜ਼ਰੂਰ ਹੈਗਾ ਕਿ ਅਸੀਂ ਪੂਰੀ ਤਰ੍ਹਾਂ ਕੱਟੜ ਹੋ ਕੇ ਉਹਦੇ ਮਗਰ ਚੱਲੀਏ। You only have to read the Sermon on the Mount in Matthew 5 to 7 to see that. ਸਿਰਫ ਪਹਾੜੀ ਉਪਦੇਸ਼ 5 ਤੋਂ 7 ਚੈਪਟਰ ਸਾਨੂੰ ਪੜ੍ਹਨੇ ਜ਼ਰੂਰੀ ਹੈਗੇ ਆ ਤਾਂ ਅਸੀਂ ਜਾਣ ਲੈਂਦੇ ਹਾਂ। But this life of discipleship is a liberated life. ਇਹ ਚੇਲੇਪਨ ਦੀ ਜ਼ਿੰਦਗੀ ਜਿਹੜੀ ਹੈਗੀ ਆ ਇਹ ਸਾਡੀ ਆਜ਼ਾਦੀ ਦੀ ਜ਼ਿੰਦਗੀ ਹੈ, ਸਾਨੂੰ ਆਜ਼ਾਦ ਕਰ ਦਿੰਦੀ ਆ। It should be a life of joyful obedience. ਇਹ ਖੁਸ਼ੀ ਦੀ ਜ਼ਿੰਦਗੀ ਹੋਣੀ ਚਾਹੀਦੀ ਆ, ਖੁਸ਼ੀ ਦੇ ਨਾਲ ਆਗਿਆਕਾਰ ਹੋਣ ਦੀ। Because we are fully accepted in Christ. ਕਿਉਂਕਿ ਪ੍ਰਭੂ ਯੀਸ਼ੂ ਦੇ ਵਿੱਚ ਅਸੀਂ ਪੂਰੀ ਤਰ੍ਹਾਂ ਕਬੂਲ ਕੀਤੇ ਗਏ ਹੈਗੇ ਆ। So there is a yoke and a burden, but it is easy and ਸੋ light. ਇੱਕ ਜੂਆ ਹੈਗਾ ਜਿਹੜਾ ਸਾਨੂੰ ਚੁੱਕਣਾ ਹੈਗਾ, ਪਰ ਉਹ ਬਹੁਤ ਆਸਾਨ ਹੈਗਾ, ਬਹੁਤ ਸਧਾਰਨ ਹੈਗਾ। Are you tired of trying to earn God's favor? ਕੀ ਤੁਸੀਂ ਥੱਕ ਗਏ ਹੈਗੇ ਹੁਣ ਪਰਮੇਸ਼ਵਰ ਦੀ ਖੁਸ਼ੀ ਨੂੰ ਪ੍ਰਾਪਤ ਕਰਦੇ ਕਰਦੇ ਆਪਣੀ ਮਿਹਨਤ ਦੇ ਨਾਲ? Are you weary of trying to win the approval of others? ਕੀ ਤੁਸੀਂ ਥੱਕ ਗਏ ਹੈਗੇ ਆ ਕਿ ਲੋਕੀ ਤੁਹਾਨੂੰ ਕਬੂਲ ਕਰਨ ਜਿੱਦਾਂ ਦੇ ਤੁਸੀਂ ਹੈਗੇ ਆ? Then come to Jesus and find rest for your souls in him. ਜੇ ਥੱਕ ਗਏ ਹੈਗੇ ਆ ਤੇ ਪ੍ਰਭੂ ਯੀਸ਼ੂ ਮਸੀਹ ਦੇ ਕੋਲ ਆ ਕੇ ਆਪਣੀ ਜਾਨਾਂ ਦੇ ਲਈ ਆਰਾਮ ਪਾਓ ਪ੍ਰਭੂ ਦੇ ਵਿੱਚ। He's done everything we need to save us. ਜੋ ਕੁਝ ਸਾਨੂੰ ਜ਼ਰੂਰਤ ਹੈਗੀ ਹੈ ਬਚਣ ਦੇ ਲਈ ਉਹ ਸਾਰਾ ਕੁਝ ਪ੍ਰਭੂ ਯੀਸ਼ੂ ਮਸੀਹ ਕਰ ਚੁੱਕੇ ਹੈਗੇ ਸਾਡੇ ਲਈ। And he promises to always be with us. ਪ੍ਰਭੂ ਵਾਅਦਾ ਕਰਦੇ ਆ ਕਿ ਮੈਂ ਹਮੇਸ਼ਾ ਤੁਹਾਡੇ ਨਾਲ ਹੈਗਾ। He'll guide us by his word. ਆਪਣੇ ਵਚਨ ਦੇ ਦੁਆਰਾ ਪ੍ਰਭੂ ਸਾਨੂੰ ਚਲਾਓਗੇ। And he'll empower us by his spirit. ਆਪਣੇ ਪਰਮੇਸ਼ਰ ਆਤਮਾ ਦੁਆਰਾ ਪ੍ਰਭੂ ਸਾਨੂੰ ਤਾਕਤ ਬਖਸ਼ੂਗੇ, ਕੁਵਤ ਬਖਸ਼ੂਗੇ। So we can seek to live in obedience to him out of joy and love. ਖੁਸ਼ੀ ਵਿੱਚ ਹੋ ਕੇ, ਪਿਆਰ ਵਿੱਚ ਹੋ ਕੇ ਅਸੀਂ ਪ੍ਰਭੂ ਦੇ ਆਗਿਆ ਕਰਕੇ ਆਗਿਆ ਦੇ ਵਿੱਚ ਅਸੀਂ ਫਰਮਾਬਰਦਾਰ ਹੋਵਾਂਗੇ। So that's the second point in this passage. We come to him to find rest for our souls. ਇਹ ਦੂਸਰੀ ਗੱਲ ਹੈਗੀ ਆ ਕਿ ਅਸੀਂ ਪ੍ਰਭੂ ਕੋਲ ਆਉਂਦੇ ਹੈਗੇ ਆ ਆਪਣੀ ਜਾਨਾਂ ਦੇ ਲਈ ਆਰਾਮ ਪਾਉਣ ਦੇ ਲਈ। There's one third and final lesson in this passage. ਇੱਕ ਅਖੀਰਲਾ ਸਬਕ ਹੈਗਾ ਜਿਹੜਾ ਸਾਨੂੰ ਸਿੱਖਣ ਨੂੰ ਮਿਲਦਾ ਇਹਨਾਂ ਆਇਤਾਂ ਵਿੱਚੋਂ। We have to come to Jesus not only because of what he gives to us, his rest, ਪ੍ਰਭੂ ਯੀਸ਼ੂ ਮਸੀਹ ਕੋਲ ਅਸੀਂ ਸਿਰਫ ਇਸੇ ਕਰਕੇ ਨਾ ਆਈਏ ਕਿ ਸਾਨੂੰ ਆਪਣਾ ਆਰਾਮ ਦਿੰਦੇ ਹੈਗੇ ਆ। we should also be eager to come to him because of who he is. ਉਹ ਜੋ ਹੈ ਇਸ ਕਰਕੇ ਅਸੀਂ ਉਹਦੇ ਕੋਲ ਆਉਣ ਦੀ ਕੋਸ਼ਿਸ਼ ਕਰੀ ਚਾਹ ਰੱਖੀਏ। He says, come to me because I am gentle and humble in heart. ਪ੍ਰਭੂ ਕੀ ਕਹਿੰਦੇ ਮੇਰੇ ਕੋਲ ਆਓ ਕਿਉਂ? ਕਿਉਂਕਿ ਕਹਿੰਦੇ ਮੈਂ ਹਲੀਮ ਹੈਗਾ ਔਰ ਦਿਲ ਦਾ ਫਰੋਤਨ ਹੈਗਾ। This invitation, don't forget, it is a personal invitation. ਇਹ ਸੱਦਾ ਜਿਹੜਾ ਹੈਗਾ ਇਹ ਸ਼ਖਸੀ ਸੱਦਾ ਹੈਗਾ, ਇਹ ਸਾਨੂੰ ਕੱਲੇ ਨੂੰ ਸੱਦਾ ਹੈਗਾ। Jesus says, come to me. ਪ੍ਰਭੂ ਕਹਿੰਦੇ ਆ ਕਿ ਮੇਰੇ ਕੋਲ ਆਓ। So it's all the more important for us to be clear who he is. ਇੰਨਾ ਜ਼ਿਆਦਾ ਜ਼ਰੂਰੀ ਹੈਗਾ ਜਾਣਨਾ, ਅਸੀਂ ਜਾਣੀਏ ਕਿ ਪ੍ਰਭੂ ਯੀਸ਼ੂ ਮਸੀਹ ਕੌਣ ਹੈਗੇ ਆ। And he describes himself as gentle and humble in heart. ਪ੍ਰਭੂ ਕਹਿੰਦੇ ਮੈਂ ਹਲੀਮ ਹੈਗਾ, ਮੈਂ ਦਿਲ ਦਾ ਫਰੋਤਨ ਹੈਗਾ। Again, Jesus wonderfully fulfills the Old Testament prophecies about the Messiah. ਪ੍ਰਭੂ ਯੀਸ਼ੂ ਮਸੀਹ ਬਹੁਤ ਖੂਬਸੂਰਤੀ ਦੇ ਨਾਲ ਪੁਰਾਣੇ ਨੇਮ ਦੀਆਂ ਨਬੂਵਤਾਂ ਨੂੰ ਪੂਰਾ ਕਰਦੇ ਹੈਗੇ ਆ। In Isaiah chapter 42, we read about the coming of the Messiah. ਯਸ਼ਾਇਆ 42 ਵਿੱਚ ਅਸੀਂ ਪੜ੍ਹਦੇ ਹੈਗੇ ਆ ਪ੍ਰਭੂ ਯੀਸ਼ੂ ਮਸੀਹ ਦੇ ਆਮਦ ਦੇ ਬਾਰੇ। In Isaiah 42, the suffering servant is ਯਸ਼ਾਇਆ 42 ਹੈਗਾ described. ਕਿ ਜਿਹੜਾ ਦੁੱਖ ਉਠਾਉਣ ਵਾਲਾ ਜਿਹੜਾ ਸੇਵਕ ਹੈਗਾ। Here is my servant whom I uphold, देखो मेरा खादम जिसको मैं संभालता हूँ, my chosen one in whom I delight. मेरा बरगजीदा जिससे मेरा दिल खुश है। I will put my spirit on him and he will bring justice to the nations.
मैंने अपनी रूह उस पर डाली, वो कौमों में अदालत जारी करेगा। He will not shout or cry out or raise his voice in the streets. वो ना चलाएगा और ना शोर करेगा और ना बाजारों में उसकी आवाज़ सुनाई देगी। And listen to this, a bruised reed he will not break. सुनो, वो मसले हुए सरकंडे को ना तोड़ेगा And a smouldering wick he will not snuff out. और टमटमाती बत्ती को ना बुझाएगा। This prophecy is wonderfully fulfilled in Jesus. ये बहुत सोहनी नबूवत ਜਿਹੜੀ ਹੈਗੀ ਆ, ਇਹ ਬੜੀ ਖੂਬਸੂਰਤੀ ਦੇ ਨਾਲ ਸਾਡੇ ਪ੍ਰਭੂ ਯੀਸ਼ੂ ਮਸੀਹ ਦੀ ਪੂਰੀ ਹੋਈ ਆ। We see Jesus' gentleness and lowliness of heart in the Gospels. ਅਸੀਂ ਦੇਖਦੇ ਹਾਂ ਪ੍ਰਭੂ ਯੀਸ਼ੂ ਮਸੀਹ ਦੀ ਹਲੀਮੀ, ਉਹਦੀ ਫਰੋਤਨੀ ਜਿਹੜੀ ਹੈਗੀ ਆ, ਅਸੀਂ ਦੇਖਦੇ ਹਾਂ ਜੀਲਾਂ ਦੇ ਵਿੱਚ। He is so long-suffering with his disciples. ਚੇਲਿਆਂ ਦੇ ਨਾਲ ਪ੍ਰਭੂ ਨੇ ਕਿੰਨਾ ਉਹਨਾਂ ਨੂੰ ਬਰਦਾਸ਼ਤ ਕੀਤਾ। Time and again, he is slow to anger and quick to be gracious and forgiving. ਬਾਰ-ਬਾਰ ਸਾਡਾ ਪ੍ਰਭੂ ਯੀਸ਼ੂ ਮਸੀਹ ਗੁੱਸਾ ਕਰਨ ਦੇ ਧੀਮਾ ਸੀਗਾ ਔਰ ਮੁਆਫੀ ਦੇ ਵਿੱਚ ਗਨੀ ਸੀਗਾ। Think about how all of his closest disciples deserted him at his hour of need. ਸੋਚੋ, ਜਦੋਂ ਜ਼ਰੂਰਤ ਪਈ ਪ੍ਰਭੂ ਨੂੰ, ਜਿਸ ਘੜੀ ਲੋੜ ਪਈ, ਸਾਰੇ ਚੇਲੇ ਪ੍ਰਭੂ ਨੂੰ ਛੱਡ ਕੇ ਦੌੜ ਗਏ। And yet after his resurrection, when he comes to them, how does he come to them? ਜੀ ਉੱਠਣ ਤੋਂ ਬਾਅਦ ਪ੍ਰਭੂ ਯੀਸ਼ੂ ਮਸੀਹ ਜਦੋਂ ਚੇਲਿਆਂ ਨੂੰ ਦਿਖਾਈ ਦਿੱਤੇ, ਕਿੱਦਾਂ ਪ੍ਰਭੂ ਚੇਲਿਆਂ ਦੇ ਕੋਲ ਆਏ? Does he come with a harsh word of judgment? ਕਿ ਪ੍ਰਭੂ ਨੇ ਆ ਕੇ ਉਹਨਾਂ ਨੂੰ ਝੜਕਿਆ, ਉਹਨਾਂ ਦਾ ਇਨਸਾਫ ਕੀਤਾ ਉਸੇ ਵੇਲੇ ਕਿ ਤੁਸੀਂ ਕੀ ਕੀਤਾ ਮੇਰੇ ਨਾਲ? No, he comes with a gentle word of forgiveness. ਪ੍ਰਭੂ ਯੀਸ਼ੂ ਮਸੀਹ ਇੱਕ ਮੁਆਫੀ ਦੇ ਸੋਹਣੇ ਲਫ਼ਜ਼ ਲੈ ਕੇ ਉਹਨਾਂ ਚੇਲਿਆਂ ਦੇ ਕੋਲ ਆਏ। He says, don't be afraid. ਪ੍ਰਭੂ ਨੇ ਕਿਹਾ ਕੀ ਕਿਹਾ? ਕਹਿੰਦੇ ਡਰੋ ਨਾ, Peace be with you. ਤੁਹਾਡੀ ਸਲਾਮਤੀ ਹੋਵੇ। His gentleness is not weakness, ਪ੍ਰਭੂ ਦੀ ਹਲੀਮੀ ਉਹਦੀ ਕਮਜ਼ੋਰੀ ਨਾ ਸਮਝੋ, but strength under control. ਪਰ ਪ੍ਰਭੂ ਦੀ ਤਾਕਤ ਹੈਗੀ ਆ ਜੇ ਤੇ ਪ੍ਰਭੂ ਯੀਸ਼ੂ ਮਸੀਹ ਨੇ ਕਾਬੂ ਕੀਤਾ ਹੈਗਾ। Jesus is strong and kind. ਪ੍ਰਭੂ ਯੀਸ਼ੂ ਮਸੀਹ ਤਕੜੇ ਹੈਗੇ ਆ ਪਰ ਨਰਮ ਵੀ ਹੈਗੇ ਆ। He is the ultimate gentle giant. ਪਰ ਅਸੀਂ ਕਹਿ ਸਕਦੇ ਕਿ ਉਹ ਬਹੁਤ ਨਰਮ ਮਿਜ਼ਾਜ ਵਾਲਾ ਯੋਧਾ ਹੈਗਾ। He is the eternal creator of the universe. ਜ਼ਮੀਨ ਔਰ ਅਸਮਾਨ ਦਾ ਬਣਾਉਣ ਵਾਲਾ ਸੰਦੀਪਕ ਪਿਤਾ ਹੈਗਾ। He is awesome in power and glorious in holiness. ਗਜ਼ਬਨਾਕ ਵਿੱਚ ਬੜਾ ਤਾਕਤਵਰ ਬਲਵਾਨ ਹੈਗਾ ਔਰ ਦਇਆ ਦੇ ਵਿੱਚ ਬੜਾ ਗਨੀ ਹੈਗਾ। But he's also the one who took on frail human flesh. ਪਰ ਉਹੀ ਹੈਗਾ ਪਰਮੇਸ਼ਵਰ ਜਿਹਨੇ ਕਮਜ਼ੋਰ ਨਤਾਨੀ ਇਨਸਾਨੀਅਤ ਨੂੰ ਪਹਿਨ ਲਿਆ। He left his throne in heaven to come to save sinners on earth. ਸਵਰਗ ਵਿੱਚ ਆਪਣਾ ਤਖਤ ਛੱਡ ਕੇ ਪ੍ਰਭੂ ਯੀਸ਼ੂ ਮਸੀਹ ਆ ਗਏ ਧਰਤੀ ਉੱਤੇ ਤਾਂ ਕਿ ਸਾਡੇ ਵਰਗੇ ਨਿਕੰਮੇ ਪਾਪੀਆਂ ਨੂੰ ਪ੍ਰਭੂ ਬਚਾਵੇ। He humbled himself and suffered for us. ਪ੍ਰਭੂ ਯੀਸ਼ੂ ਮਸੀਹ ਨੇ ਆਪਣੇ ਆਪ ਨੂੰ ਹਲੀਮ ਕੀਤਾ, ਨੀਵਾਂ ਕੀਤਾ, ਦੁੱਖ ਉਠਾਇਆ ਸਾਡੀ ਖਾਤਰ। Even dying on a cross for our sins. ਸਾਡੇ ਪਾਪਾਂ ਦੇ ਲਈ ਪ੍ਰਭੂ ਯੀਸ਼ੂ ਮਸੀਹ ਸਲੀਬ ਤੇ ਮਰ ਗਏ। He did it so that we could be made right with God. ਪ੍ਰਭੂ ਨੇ ਕੀਤਾ ਤਾਂ ਕਿ ਅਸੀਂ ਉਹਦੇ ਨਾਲ, ਪਿਤਾ ਦੇ ਨਾਲ ਸਾਡਾ ਰਿਸ਼ਤਾ ਮੁੜ ਕੇ ਸਹੀ ਕੀਤਾ ਜਾਵੇ। Again, there's a parallel passage that speaks about this invitation being one that we should be eager to accept. ਇਹ ਜਿਹੜਾ ਸੱਦਾ ਹੈਗਾ ਜਿਹਨੂੰ ਅਸੀਂ ਜਲਦੀ ਨਾਲ ਕਬੂਲ ਕਰੀਏ, ਇਹਦੇ ਨਾਲ ਦੀਆਂ ਰਲਦੀਆਂ ਮਿਲਦੀਆਂ ਆਇਤਾਂ ਹੋਰ ਵੀ ਹੈਗੇ ਪ੍ਰਭੂ ਦੇ ਵਚਨ ਦੇ ਵਿੱਚ। He doesn't want any one of us to be hesitant to come. ਪ੍ਰਭੂ ਨਹੀਂ ਚਾਹੁੰਦਾ ਕਿ ਸਾਡੇ ਵਿੱਚ ਕੋਈ ਵੀ ਪੈਰ ਮਲੇ ਇਸ ਸੱਦੇ ਨੂੰ ਸੁਣ ਕੇ। He's gentle and humble in heart. ਪ੍ਰਭੂ ਚਾਹੁੰਦਾ ਕਿ ਅਸੀਂ ਪ੍ਰਭੂ ਦਿਲ ਦੇ ਹਲੀਮ ਹੈ ਕਿ ਉਹ ਚਾਹੁੰਦਾ ਕਿ ਅਸੀਂ ਸੁਣੀਏ ਉਹਦੀ ਆਵਾਜ਼ ਨੂੰ। In John chapter 6, he reassures whoever comes to him, he will never reject. ਯੋਹੰਨਾ 6 ਪ੍ਰਭੂ ਕਹਿੰਦੇ ਗਿਆ ਕਿ ਜਿਹੜਾ ਕੋਈ ਮੇਰੇ ਕੋਲ ਆਊਗਾ ਉਹਨੂੰ ਮੈਂ ਕਦੇ ਵੀ ਬਾਹਰ ਨਹੀਂ ਕੱਢੂੰਗਾ। John 6 verse 35. ਯੋਹੰਨਾ 6:35 Jesus declared, I am the bread of life. ਪ੍ਰਭੂ ਯੀਸ਼ੂ ਮਸੀਹ ਨੇ ਇਕਰਾਰ ਕੀਤਾ ਕਿ ਜੀਵਨ ਦੀ ਰੋਟੀ ਮੈਂ ਹਾਂ। Whoever comes to me will never go hungry. जिंदगी की रोटी मैं हूँ, जो मेरे पास आए वो हरगिज भूखा ना होगा। Whoever believes in me will never be thirsty. और जो मुझ पर ईमान लाए वो कभी प्यासा ना होगा। Then verse 37, listen to this. 37 सुनो गौर ना। All those the Father gives me will come to me. जो कुछ बाप मुझे देता है मेरे पास आ जाएगा। And whoever comes to me, I will never drive away. और जो कोई मेरे पास आएगा
उसे मैं हरगिज़ ना निकालूंगा। Let that promise sink into your heart. ये वादा थोड़े दिलों दे विच डूंगा वास करे जिहड़ा सुनिया हैगा। Whoever comes to him, he will never drive away. प्रभु कहंदा कि जेड़ा कोई मेरे कोल आऊगा उन्हों मैं कदे भी बाहर नहीं कढूंगा। आमीन। The original language here is an emphatic negative. ये जिहड़ी भाषा जिहड़ी वरती गई हैगी आ ये हैगी कि ये कदे हो ही नहीं सकदा, नामुमकिन। The closest we can get to it in English is I will not drive away. जैसे ਇਹਨੂੰ अंग्रेजी साधारण अंग्रेजी देखिए कि प्रभु कहते हैं कि मैं कदे भी मैं किसी ਨੂੰ ਬਾਹਰ ਨਹੀਂ ਕੱਢੂੰਗਾ ਜਿਹੜਾ ਮੇਰੇ ਕੋਲ ਆ ਜਾਊਗਾ। I will never ever drive away. ਕਦੇ ਹੋ ਹੀ ਨਹੀਂ ਸਕਦਾ ਕਿ ਮੈਂ ਉਹਨੂੰ ਬਾਹਰ ਕੱਢ ਦਵਾਂ ਜਿਹੜਾ ਮੇਰੇ ਕੋਲ ਆ ਜਾਊਗਾ। One hymn writer put it like this: I'll never forsake. एक गीत लिखने वाले ने किया कि मैं कदे हो ही नहीं सकदा, कदे भी मैं बाहर नहीं कढूंगा ਉਹਨੂੰ ਜਿਹੜਾ ਮੇਰੇ ਕੋਲ ਆ ਜਾਊਗਾ। So be assured of who Jesus is. ਇਸ ਕਰਕੇ पूरी खातर जमा रखो, पूरी तसल्ली रखो कि थानू बुलाउण वाला कौन हैगा, प्रभु यीशु मसीह। He is gentle and humble in heart. वो दिल दा हलीम हैगा, फरोतन हैगा। And he invites us to come to him to find rest for our souls. ओहो प्रभु सानू कहंदे आ कि तुसी मेरे कोल आ जाओ तां मैं तुहाडी जान नू आराम बख्शूंगा। So let's come to him today. आज आ जाओ प्रभु यीशु मसीह दे कोल चरनां विच। And let's come to him every day. हर रोज आइए प्रभु दे चरनां विच and find rest for our souls. अपनी रूहां दे लई, अपनी जानां दे लई आराम पाइए। Thanks be to God. परमेश्वर दा धन्नवाद होवे। Amen. आमीन। ਅਸੀਂ ਬਹੁਤ ਧੰਨਵਾਦ ਕਰਦੇ ਆਪਣੇ ਭਾਈ ਐਂਡੀ ਦਾ ਜਿਹੜਾ ਸਵੇਰੇ ਪ੍ਰਭੂ ਦਾ ਵਚਨ ਲੈ ਕੇ ਆਏ ਹੈਗੇ ਆ। ਔਰ ਕਿੰਨੀ ਸੱਚੀ ਗੱਲ ਹੈ ਕਿ ਅਸੀਂ ਬਹੁਤ ਸਾਰੇ ਬੋਝ ਚੁੱਕੀ ਫਿਰਦੇ ਹੈਗੇ, ਦਿਮਾਗੀ ਔਰ ਸਰੀਰਕ ਬੋਝ। ਅਸੀਂ ਥੱਕੇ ਹੋਏ ਹੈਗੇ। ਹੁਣ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਕਿ ਤੁਸੀਂ ਬੋਝ ਮੇਰੇ ਚਰਨਾਂ ਵਿੱਚ ਲੈ ਕੇ ਰੱਖ ਦਿਓ ਤਾਂ ਮੇਰੇ ਕੋਲ ਤੁਸੀਂ ਮੁਕਤੀ ਪਾਓ। ਪ੍ਰਭੂ ਕਹਿੰਦੇ ਮੈਂ ਸਮਝਦਾ ਤੁਹਾਡੇ ਬੋਝ ਨੂੰ, ਔਰ ਪ੍ਰਭੂ ਸਾਨੂੰ ਆਰਾਮ ਦਿੰਦੇ ਹੈਗੇ ਆ। ਔਰ ਪ੍ਰਭੂ ਨੇ ਇਹ ਵਾਅਦਾ ਕੀਤਾ ਹੈਗਾ ਕਿ ਜਿਹੜਾ ਕੋਈ मेरे को आऊगा उनमें कदे भी बाहर नहीं कढूंगा। सो प्रभु का धन्यवाद करते हैं। और उनसे अगला गीत गा के असीं फिर मीटिंग नूं बंद करांगे। यीशु है मेरा, मैं जानता ये बात, खुशी से चलूंगा तेरे साथ। मैं दुनिया की दोस्ती को जाऊंगा न चीज, तू शाफी है मेरा, है हर दिल अज़ीज। क्या तूने किया सो करता मैं भी, ज़्यादा तू हुआ जान अपनी दी, बचाने को मुझे गुनाह का मरीज। तू शाफी है मेरा, है हर दिल अज़ीज। या जीता या मरता मैं करूँगा प्यार, कि हूँ तेरी मार्फत न जाता हकदार। जिस हाल तू है शाफी, तू मौला चीज, मैं मरता ललकारूंगा, है हर दिल अज़ीज। जब पहुंचूंगा तेरे आसमानी मुकाम, तब देखूंगा कामिल नियार का अंजाम। वहाँ मौतों का फैना है एक मरीज, हमेशा तक गाऊंगा है हर दिल अज़ीज। आओ प्रार्थना करिए। शुक्र है प्यारे प्रभु सर्वशक्तिमान परमेश्वर, प्रभु थारा धन्नवाद करते हैं उन्होंने वचनों के लिए जो असीं पढ़ के हटे हाँ कि प्रभु यीशु मसीह ने कहा कि ये सारे बोझ थले दबे हुए तो भार के नाल लदे हुए मेरे को लाओ, मैं थानू आराम दूँगा। मेरा जोला अपने उत्ते लो, क्योंकि मैं दिल दा हलीम हैगा, फरोतन हैगा।
ਪ੍ਰਭੂ ਯੀਸ਼ੂ ਮਸੀਹ ਧੰਨਵਾਦ ਕਰਦੇ ਹਾਂ ਪ੍ਰਭੂ ਕਿ ਤੁਸੀਂ ਪ੍ਰਭੂ ਜੀ ਸਾਡੇ ਬੋਝ ਤੁਸੀਂ ਆਪ ਚੁੱਕਦੇ ਹੈਗੇ ਆ। ਤੁਸੀਂ ਕਿਹਾ ਕਿ ਤੁਸੀਂ ਆਓ ਮੇਰੇ ਕੋਲ ਅੱਜ ਮੁਕਤੀ ਦਾ ਦਿਨ ਹੈਗਾ। ਪ੍ਰਾਰਥਨਾ ਕਰਦੇ ਪ੍ਰਭੂ ਕਿ ਜਿਹਨਾਂ ਭੈਣਾਂ ਭਰਾਵਾਂ ਨੇ ਇਹ ਵਚਨ ਸੁਣਿਆ ਹੈਗਾ ਪ੍ਰਭੂ ਤੁਸੀਂ ਜਿਹੜੇ ਤੁਹਾਨੂੰ ਜਾਣਦੇ ਪਿਆਰੇ ਪ੍ਰਭੂ ਜੀ ਤੁਸੀਂ ਉਹਨਾਂ ਨੂੰ ਅੰਦਰੋਂ ਮਜ਼ਬੂਤ ਕਰੋ ਤਾਂ ਕਿ ਪ੍ਰਭੂ ਜੀ ਅਸੀਂ ਆਪਣੀ ਅੱਖਾਂ ਤੁਹਾਡੇ 'ਤੇ ਲਾਈ ਰੱਖੀਏ। ਔਰ ਜਿਹੜੇ ਪ੍ਰਭੂ ਨਹੀਂ ਤੁਹਾਨੂੰ ਜਾਣਦੇ ਹੈਗੇ ਉਹ ਸਾਡੇ ਪ੍ਰਭੂ ਜੀ ਲੋਕ ਜਿਹੜੇ ਹੈਗੇ ਉਹ ਤੁਹਾਡੇ ਕੋਲ ਆ ਸਕਣ, ਆਪਣੇ ਬੋਝ ਤੁਹਾਡੇ ਚਾਲਾਂ 'ਚ ਲੈ ਕੇ ਰੱਖ ਸਕਣ ਪਿਆਰੇ ਪ੍ਰਭੂ ਜੀ, ਔਰ ਤੁਹਾਡੇ ਕੋਲੋਂ ਮੁਕਤੀ ਹਾਸਲ ਕਰ ਸਕਣ। ਸ਼ੁਕਰ ਕਰਦੇ ਪਿਆਰੇ ਪ੍ਰਭੂ ਕਿ ਤੁਸੀਂ ਸਾਨੂੰ ਆਪਣੇ ਖੰਭਾਂ 'ਤੇ ਚੁੱਕੀ ਫਿਰਦੇ ਹੈਗੇ ਆ। ਪ੍ਰਾਰਥਨਾ ਕਰਦੇ ਪ੍ਰਭੂ ਜੀ ਆਉਣ ਵਾਲੇ ਹਫ਼ਤੇ ਦੇ ਲਈ ਪਿਆਰੇ ਪ੍ਰਭੂ ਤੁਸੀਂ ਸਾਡੇ ਨਾਲ ਹੋਵੋ ਪ੍ਰਭੂ ਜੀ, ਸੰਭਾਲ ਕੇ ਰੱਖੋ ਔਰ ਸਾਡੀ ਅੱਖਾਂ ਪ੍ਰਭੂ ਜੀ ਆਪਣੇ 'ਤੇ ਲਾਈ ਰੱਖੋ। ਔਰ ਅਸੀਂ ਪ੍ਰਭੂ ਯੀਸ਼ੂ ਮਸੀਹ ਮੁਕਤੀ ਦਾਤਾ ਦਾ ਧੰਨਵਾਦ ਹਰ ਸਾਹ ਦੇ ਨਾਲ ਹਰ ਪਲ ਦੇ ਵਿੱਚ ਅਸੀਂ ਪ੍ਰਭੂ ਦਾ ਧੰਨਵਾਦ ਕਰੀਏ। ਸਭ ਕੁਝ ਮੰਗਦੇ ਹਾਂ ਆਪਣੇ ਪਰਮੇਸ਼ਰ ਮੁਕਤੀ ਦਾਤਾ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਸੀਲੇ ਦੁਆਰਾ, ਆਮੀਨ। Thank you for listening to this message. For further information, visit www.emmanuelhansworth.org.uk.